के मूरत है जागे आयो। लोक सुनियो पर लोक सुनियो, वेद लोक सुनियो सब दर्शन पायो। संगत पारे उतारन को, गुरु नानक साहिब पंथ चलायो। वाहे गुरु गुर नानक साहिब, धार के मूरत है जागे आयो। गुर बिन घोर अंधार, गुरु बिन समझ न आवे। गुर बिन सुरत न सिद्ध, गुरु बिन मुक्त न पावै। गुर कर सच विचार, गुरु कर रे मन मेरे। गुर कर शब्द सपन, अगन कटह सब तेरे। गुर नैन बैन गुर गुर करहो, गुरु सत कव नल कहै। जिन गुरु ना देखियो नहो कियो, ते अके अथ संसार मह। गुरु बचन पालियो नहीं, सिंह मन को नहीं मार। गुर बचन सिंह की बेनती, लाज तोहे निरंकार। कहाँ बुद्ध प्रभ तुच्छ हमारी, बर न सकै महिमा जो तिहारी। हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जी। एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद। राग जैजावंती महला नावा। राम सिमर यह तेरा काज है। माया को संग त्याग, प्रभु जू की शरण लाग। जगत सुख मान मिथ्या, झूठो सब साज है। वाहिगुरु जी का खालसा, वाहिगुरु जी की फतेह। धन धन जागदी जोत, चवर तख्त छतर ਸਿੰਘਾਸਣ ਦੇ ਮਾਲਿਕ। गरीब निवाज, दीन दयाल पतित पावन। धन साहिब श्री गुरु ग्रंथ साहिब जी महाराज। हजूर ने बेअंत अपार किरपा कीती है। सत संगत दियां सुंदर घड़ियां महाराज जियां ने किरपा करके बख्शियां हन। आप सरबत संगतां अपने अमुलक सुआस महाराज जियां दी सत संगत विच लेखे विच ला रहे हो। जिह सतगुर सिमरंत, नैन के तिमर मिटहै खिन। धन धन जागदी जोत, साहिब श्री गुरु तेग बहादुर साहिब जी महाराज। महाराज जियां दी ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ।
ਅੱਜ ਰਾਗ ਜੈਜਾਵੰਤੀ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਹਜੂਰ ਜਿਸ ਸਮੇਂ ਆਨੰਦਪੁਰ ਸਾਹਿਬ ਤੋਂ ਪੂਰਬ ਦੀ ਦਿਸ਼ਾ ਨੂੰ ਪਿਆਨਾ ਕੀਤਾ, ਜਿਨ੍ਹਾਂ ਦੇ ਬਾਬਤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਬੈਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਮਹਾਰਾਜ ਜੀ ਫਰਮਾਉਂਦੇ ਹਨ, ਸਾਡੇ ਪਿਤਾ ਜੀਆਂ ਨੇ ਜਿਸ ਸਮੇਂ ਪੂਰਬ ਦੀ ਦਿਸ਼ਾ ਨੂੰ ਪਿਆਨਾ ਕੀਤਾ, ਜਿਸ ਸਮੇਂ ਹਜੂਰ ਤਰਬੇਣੀ ਵਾਲੇ ਸਥਾਨ ਤੇ ਮਹਾਰਾਜ ਜੀ ਭਾਗ ਲਾ ਰਹੇ ਹਨ, ਹਜੂਰ ਨੇ ਇੰਨਾ ਪੁੰਨ ਦਾਨ ਕੀਤਾ, ਉਥੋਂ ਦੇ ਗਰੀਬਾਂ ਦੀ ਗਰੀਬੀ ਰੋੜ ਦਿੱਤੀ ਸਤਿਗੁਰਾਂ ਨੇ। ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਜਾਂਦੇ ਸਨ, ਖੱਟ ਦਰਸ਼ਨਾਂ ਦੇ ਸਾਧੂ, ਮੁਸਲਮਾਨ ਵੀਰ, ਇਤਿਆਦਿਕ ਹਰ ਕੋਈ ਮਹਾਰਾਜ ਜੀਆਂ ਦੇ ਪਿੱਛੇ ਦੌੜਿਆ ਚੱਲਿਆ ਆਉਂਦਾ ਸੀ। ਹਜੂਰ ਦੇ ਦਰਸ਼ਨ ਕਰਕੇ ਸਾਧ ਸੰਗਤ ਜੀ ਉਹਨਾਂ ਨੂੰ ਐਸਾ ਪ੍ਰਤੀਤ ਹੁੰਦਾ ਸੀ, ਕੀਤੀ ਹੋਈ ਬੰਦਗੀ, ਕੀਤੇ ਹੋਏ ਸਾਧਨ ਸਾਡੇ ਸਫਲ ਹੋ ਗਏ ਨੇ। ਸਭ ਫਲਾਂ ਦੀ ਉਹਨਾਂ ਨੂੰ ਮਾਨੋ ਕਿ ਇਸ ਤਰ੍ਹਾਂ ਲੱਗਦਾ ਸੀ ਪ੍ਰਾਪਤੀ ਹੋ ਗਈ ਹੈ। ਜਿਹੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ। ਹਜੂਰ ਦੇ ਦਰਸ਼ਨ ਕਰਨ ਦੀ ਸਾਧ ਸੰਗਤ ਜੀ, ਮਹਾਰਾਜ ਜੀਆਂ ਦੀ ਕੀ ਬਾਤ ਹੈ। ਹਜੂਰ ਦਾ ਨਾਮ ਲਿਆਈ, ਅੱਖਾਂ ਦੇ ਅੱਗੋਂ ਅੰਧਕਾਰ ਹਨੇਰਾ ਚੱਕਿਆ ਜਾਂਦਾ ਹੈ। ਜਿਹੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋਂ ਦਿਨ। ਹਜੂਰ ਦਾ ਨਾਮ ਲਿਆਈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਹਾ ਹੀ ਹਿਰਦੇ ਦੇ ਵਿੱਚ ਨਾਮ ਆ ਵਸਦਾ ਹੈ। ਜਿਹੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਇਹ ਕਲਯੁਗ ਦੇ ਵਿੱਚ ਸਾਧ ਸੰਗਤ ਜੀ, ਜੇ ਤਪਦਿਆਂ ਹੋਇਆ ਹਿਰਦਿਆਂ ਨੂੰ ਕੋਈ ਠਾਰ ਸਕਦਾ ਹੈ, ਉਹ ਹਜੂਰ ਦੀ ਕੇਵਲ ਗੁਰਬਾਣੀ ਹੈ। ਜਿਹੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ। ਹਜੂਰ ਦਾ ਸਿਮਰਨ ਕੀਤਿਆਂ ਹੀ, ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਹਜੂਰ ਆਪਣੇ ਗੁਰਸਿੱਖ ਦੀ ਫਿਰ ਹਰੇਕ ਥਾਂ ਤੇ ਸਹਾਇਤਾ ਕਰਦੇ ਹਨ। ਜਿਹੜਾ ਗੁਰਸਿੱਖ ਨਿਮਰਤਾ ਸਹਿਤ ਹੱਥ ਜੋੜ ਕੇ ਕਹਿ ਦਿੰਦਾ ਹੈ, ਹਜੂਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੁਹਾਡੇ ਬੱਚਿਆਂ, ਹਜੂਰ ਸਾਡੀ ਬਾਂਹ ਫਕੜ ਲਓ, ਬਾਹੇ ਗਹੇ ਕੀ ਲਾਜ ਕਰੋ ਮੁਝ, ਹੇ ਭਗਵੰਤ ਦਇਆ ਕਰ ਤਾਰੋ। ਜਿਹੜੀ ਆਪਣੀ ਬਾਂਹ ਫੜਾ ਦਿੰਦਾ ਹੈ, ਹਜੂਰ ਫਿਰ ਸਾਧ ਸੰਗਤ ਜੀ ਸਭ ਦੁਨੀਆ ਦੇ ਖੁਸ਼ੀ ਉਸ ਨੂੰ ਬਖਸ਼ਦੇ ਹਨ। ਸੋਈ ਰਾਮਦਾਸ ਗੁਰ ਬਲ ਭੰਨ, ਮਿਲ ਸੰਗਤ ਧੰਨ ਧੰਨ ਕਰੋ। ਜਿਸ ਤਰ੍ਹਾਂ ਭੱਟ ਸਾਹਿਬਾਨ ਫਰਮਾਉਂਦੇ ਹਨ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਨ। ਸੰਗਤ ਵਿੱਚ ਬੈਠ ਕੇ ਗੁਰ ਸਿੱਖੋ, ਹਜੂਰ ਦਾ ਜਸ ਗਾਵੋ, ਧੰਨ ਧੰਨ ਹਜੂਰ ਨੂੰ ਕਹੋ। ਕਿਉਂਕਿ ਜਿਹੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਫਿਰ ਕਹਿੰਦੇ ਹਨ, ਜਿਨ੍ਹਾਂ ਸਤਿਗੁਰਾਂ ਦੇ ਨਾਲ ਲੱਗਣ ਕਰਕੇ ਹਜੂਰ ਦੇ ਦਰਸ਼ਨਾਂ ਮਾਤਰ ਸੇ ਹੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਗੁਰਸਿੱਖਾਂ ਦੇ ਹਿਰਦੇ ਵਿੱਚ ਵਸਦਾ ਹੈ। ਐਸੇ ਸਤਿਗੁਰਾਂ ਨੂੰ ਕਿਉਂ ਨਾ ਨਰੋ ਸਿਮਰਿਆ ਜਾਵੇ ਪ੍ਰਾਣੀਓ। ਆਓ ਸਾਧ ਸੰਗਤ ਜੀ, ਖੱਟ ਦਰਸ਼ਨਾਂ ਦੇ ਸਾਧੂ ਮਹਾਰਾਜ ਜੀਆਂ ਦੇ ਨਾਲ ਚੱਲਦੇ ਹਨ। ਜਿਸ ਤਰ੍ਹਾਂ ਦਰਿਆ ਦਾ ਪ੍ਰਵਾਹ ਚੱਲਦਾ ਹੈ, ਜਿੱਥੋਂ ਦੀ ਹਜੂਰ ਲੰਘ ਜਾਂਦੇ ਹਨ, ਮਾਇਆ ਛਲ ਨਾ ਸੀ ਕਰਦੀ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਜ ਤਰਬੇਣੀ ਵਾਲੇ ਅਸਥਾਨ ਤੇ ਪੁੱਜੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਿਸ ਸਮੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜੂਰ ਦੇ ਪਾਸ ਗੁਰਸਿੱਖਾਂ ਨੇ ਆ ਕੇ ਦੱਸਿਆ ਸੀ, ਮਹਾਰਾਜ ਜੀ ਧੀਰਮਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਰੂਪ ਦੇਣ ਤੋਂ ਉਸਨੇ ਜਿਸ ਤਰ੍ਹਾਂ ਮਨ੍ਹੇ ਕਰ ਦਿੱਤਾ ਹੈ, ਉਹਨੇ ਕਿਹਾ ਹੈ, ਜੇ ਆਪ ਹਜੂਰ ਕਲਯੁਗ ਦੇ ਵਿੱਚ ਭਾਰੀ ਗੁਰੂ ਬਣ ਬੈਠੇ ਹਨ ਤੇ ਜੇ ਉਹੀ ਰੂਪ ਹਨ ਤਾਂ ਆਪ ਆਪਣੇ ਮੁਖ ਤੋਂ ਕਿਉਂ ਨਹੀਂ ਬਾਣੀ ਉਚਾਰ ਲੈਂਦੇ। ਉਸ ਸਮੇਂ ਸਾਧ ਸੰਗਤ ਜੀ ਦਮਦਮਾ ਸਾਹਿਬ ਵਾਲੇ ਅਸਥਾਨ ਤੇ ਧੰਨ ਭਾਈ ਮਣੀ ਸਿੰਘ ਜੀਆਂ ਨੂੰ ਲਿਖਾਰੀ ਲਾ ਕੇ ਧੰਨ ਬਾਜਾਂ ਵਾਲੇ ਪਿਤਾ ਜੀਆਂ ਨੇ
ਇੱਕ ਓੰਕਾਰ ਤੋਂ ਲੈ ਕੇ 18 10 20 ਤੀਕਰ ਸਾਧ ਸੰਗਤ ਜੀ ਸਾਰੀ ਗੁਰਬਾਣੀ ਹਜੂਰ ਨੇ ਆਪਣੇ ਮੁਖਾਰ ਬਿੰਦ ਤੋਂ ਸਾਧ ਸੰਗਤ ਜੀ ਉਚਾਰਨ ਕੀਤੀ। ਹਜੂਰ ਨੇ ਸਾਧ ਸੰਗਤ ਜੀ ਉਸ ਸਮੇਂ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਉਸ ਨੇ ਆਖਿਆ ਸੀ ਜੀ ਆਪ ਗੁਰੂ ਹਨ, ਉਹੀ ਰੂਪ ਹਨ, ਤਾਂ ਬਾਣੀ ਆਪ ਕਿਉਂ ਨਹੀਂ ਉਚਾਰਨ ਕਰ ਲੈਂਦੇ। ਉਸ ਸਮੇਂ ਮਹਾਰਾਜ ਜੀ ਸਾਧ ਸੰਗਤ ਜੀ ਸੋਚਿਆ ਜੀ ਅਸੀਂ ਅੱਜ ਗੁਰਬਾਣੀ ਨਾ ਉਚਾਰਨ ਕੀਤੀ, ਸਾਡੇ ਸਰੂਪ ਤੇ ਗੁਰਸਿੱਖਾਂ ਨੂੰ ਸ਼ੰਕਾ ਨਾ ਹੋ ਜਾਵੇ। ਮਹਾਰਾਜ ਜੀਆਂ ਨੇ ਆਪ ਸਾਧ ਸੰਗਤ ਜੀ ਉਸ ਸਮੇਂ ਹਾਲਾਂਕਿ ਮਹਾਰਾਜ ਜੀਆਂ ਦੀ ਗੁਰਬਾਣੀ ਹਰੇਕ ਅਸਥਾਨ ਤੇ ਮੌਜੂਦ ਸੀ ਲਿਖੀ ਹੋਈ ਗੁਰਸਿੱਖਾਂ ਦੇ ਪਾਸ, ਪਰ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਲਗਭਗ 9 ਮਹੀਨਿਆਂ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਹਜੂਰ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ। ਫਿਰ ਉਸ ਵਿੱਚ ਸਾਧ ਸੰਗਤ ਜੀ ਜੋ ਪਹਿਲੀ ਬੀੜ ਸੀ, ਉਸ ਵਿੱਚ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਉਸ ਸਮੇਂ ਨਹੀਂ ਸੀ ਇਕੱਤਰ ਹੋਈ। ਹਜੂਰ ਬਾਜਾਂ ਵਾਲੇ ਪਿਤਾ ਜੀਆਂ ਨੇ ਸਾਧ ਸੰਗਤ ਜੀ ਨਾਵੇਂ ਸਤਿਗੁਰਾਂ ਦੀ ਬਾਣੀ ਵਿੱਚ ਸਾਧ ਸੰਗਤ ਜੀ ਜਿਸ ਤਰ੍ਹਾਂ ਇਕੱਤਰ ਕਰਕੇ ਮਹਾਰਾਜ ਜੀਆਂ ਨੇ ਆਗਿਆ ਕਰ ਦਿੱਤੀ ਸੀ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਸਾਧ ਸੰਗਤ ਜੀ ਜੈ ਜਾਵੰਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਬਾਜਾਂ ਵਾਲੇ ਪਿਤਾ ਜੀਆਂ ਨੇ 71ਵੇਂ ਸਥਾਨ ਤੇ ਜਿਸ ਤਰ੍ਹਾਂ ਇਹ ਰਾਗ ਮਹਾਰਾਜ ਜੀਆਂ ਨੇ ਸ਼ੋਭਾ ਪਾ ਰਿਹਾ ਹੈ, ਇਸ ਵਿੱਚ ਸਾਧ ਸੰਗਤ ਜੀ 4 ਸ਼ਬਦ ਹਨ ਜੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਹੀ ਉਚਾਰਨ ਕੀਤੇ ਹਨ। ਆਓ ਸਾਧ ਸੰਗਤ ਜੀ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਹਜੂਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਸੁੰਦਰ ਚਰਣਾ ਕਮਲਾਂ ਦਾ ਧਰੀਏ ਧਿਆਨ। ਇਸ ਦੇਹੀ ਦੇ ਕਲਿਆਣ ਵਾਸਤੇ, ਇਸ ਰਸਨਾ ਦੀ ਕਲਿਆਣ ਵਾਸਤੇ ਹਜੂਰ ਦੇ ਦਰਬਾਰ ਦਾ ਅਦਬ ਧਰਦੇ ਹੋਏ ਦੋਨੋਂ ਹੱਥ ਜੋੜ ਕੇ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਬੀਜ ਮੰਤਰ ਜਿਸ ਤਰ੍ਹਾਂ ਇੱਕ ਓੰਕਾਰ, ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਮੰਤਰ ਮੰਨੇ ਜਾਂਦੇ ਹਨ, ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ, ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰ ਪ੍ਰਸਾਦ ਤਿਕਰ ਮਹਾਰਾਜ ਜੀ ਹੁਣ ਮਹਾ ਮੰਤਰ ਉਚਾਰਨ ਕਰਦੇ ਹਨ। ਜਿਸ ਤਰ੍ਹਾਂ ਵਾਹਿਗੁਰੂ ਗੁਰ ਮੰਤਰ ਹੈ ਗੁਰਸਿੱਖਾਂ ਵਿੱਚ, ਇਸੇ ਤਰ੍ਹਾਂ 5 ਪ੍ਰਕਾਰ ਦੇ ਮੰਤਰ ਹਨ। ਮਾਲਾ ਮੰਤਰ ਸ੍ਰੀ ਜਪਜੀ ਸਾਹਿਬ ਜੀ ਹੁਣ ਹਜੂਰ ਆਰੰਭ ਦੇ ਵਿੱਚ ਬਾਜਾਂ ਵਾਲੇ ਪਿਤਾ ਜੀ ਜਿਸ ਤਰ੍ਹਾਂ ਮਹਾ ਮੰਤਰ ਉਚਾਰਨ ਕਰਦੇ ਹਨ, ਇੱਕ ਓੰਕਾਰ। ਸਾਰੀ ਗੁਰਬਾਣੀ ਹਜੂਰ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਸ਼ਬਦਾਂ ਵਿੱਚ ਲਿਖੀ ਹੈ, ਪਰ ਹਜੂਰ ਨੇ ਆਰੰਭ ਦੇ ਵਿੱਚ ਗਣਤ ਦਾ ਏਕਾ ਪਾਇਆ ਹੈ। ਇਹ ਸਾਧ ਸੰਗਤ ਜੀ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ। ਜੇ ਹਜੂਰ ਈੜੀ ਨੂੰ ਸਿਹਾਰੀ ਉਪਰਦਕ ਕੱਕਾ ਪਾਉਂਦੇ ਤਾਂ ਅੱਜ ਦੇ ਵਿਗਿਆਨੀਆਂ ਨੇ ਉਹਦੇ ਕਈ ਅਰਥ ਕਰ ਦੇਣੇ ਸੀ, ਵਿਦਵਾਨਾਂ ਨੇ, ਪਰ ਹਜੂਰ ਨੇ ਇੱਕ ਲਿਖ ਕੇ ਇਹ ਜਣਾ ਦਿੱਤਾ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਉਸ ਤੋਂ ਸਿਵਾ ਹੋਰ ਕੁਝ ਨਹੀਂ। ਓੰਕਾਰ, ਜਿਸ ਤਰ੍ਹਾਂ ਓੰਗ ਸ਼ਬਦ ਤੋਂ ਜਿਸ ਤਰ੍ਹਾਂ ਕਹਿੰਦੇ ਹਨ ਓੰਕਾਰ ਬ੍ਰਹਮਾ ਉਤਪਤ, ਇਸੇ ਤਰ੍ਹਾਂ ਸਾਰੀ ਸਿਰਜਣੀ ਜੋ ਸਾਰੀ ਪ੍ਰਿਥਵੀ ਹੈ ਉਸ ਇੱਕ ਓੰਕਾਰ ਤੋਂ ਬਣੀ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਪ੍ਰਥਮੇ ਓੰਕਾਰ ਤਿਨ ਕਹਾ ਸੋ ਧੁਨ ਪੂਰ ਜਗਤ ਮੋ ਰਹਾ। ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਕਹਿੰਦੇ ਹਨ ਕਿੱਦਾਂ ਇਹ ਸਭ ਕੁਝ ਰਚਿਆ ਗਿਆ। ਮਹਾਰਾਜ ਜੀਆਂ ਨੇ ਇੱਕ ਓੰਕਾਰ। ਇਸ ਤਰ੍ਹਾਂ ਸਾਧ ਸੰਗਤ ਜੀ ਧੁਨੀ ਲਗਾਈ, ਆਪਣੀ ਤਾਂ ਧੁਨੀ ਇੱਥੇ ਖਤਮ ਹੋ ਜਾਂਦੀ ਹੈ, ਪਰ ਉਹ ਅੱਜ ਵੀ ਉਹ ਧੁਨ ਬ੍ਰਹਿਮੰਡ ਵਿੱਚ ਗੂੰਜ ਰਹੀ ਹੈ। ਓੰਕਾਰ। ਐਸੀ ਮਹਾਰਾਜ ਜੀਆਂ ਨੇ ਜਿਸ ਸਮੇਂ ਸਾਧ ਸੰਗਤ ਜੀ ਧੁਨੀ ਲਾਈ, ਨਾਸਾ ਵੀ ਅੱਜ ਮੰਨਦੀ ਹੈ ਕਿ ਖੰਡਾਂ ਬ੍ਰਹਿਮੰਡਾਂ ਵਿੱਚ ਓ
ਇਸ ਤਰ੍ਹਾਂ ਦੀ ਆਵਾਜ਼ ਕਰਦੀਆਂ ਹਨ ਸਭ ਚੀਜ਼ਾਂ। ਜੋ ਬੋਲਤ ਹੈ ਮ੍ਰਿਗ ਮੀਣ ਪੰਖੇਰੂ, ਸੋ ਬਿਨ ਹਰ ਜਾਪਤ ਨਹਿ ਕਛ ਹੋਰ। ਇਸੇ ਤਰ੍ਹਾਂ ਬਚਨ ਆਉਂਦੇ ਹਨ, ਧਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਐ, ਸਭ ਹਰ ਹਰ ਨਾਮ ਧਿਆਵੈ ਰਾਮ। ਇਸ ਓਮ ਸ਼ਬਦ ਤੋਂ ਹੀ ਸਾਧ ਸੰਗਤ ਜੀ ਸਭ ਕੋਈ ਜਾਪ ਕਰ ਰਿਹਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਨਾਲ ਕਾਰ ਜੋੜ ਦਿੱਤੀ, ਜਿਹੜੀ ਓੰਗ ਦੇ ਉੱਪਰ ਘੁੰਡੀ ਹੈ। ਇੰਨੀ ਲੰਮੀ ਮਹਾਰਾਜ ਜੀਆਂ ਨੇ ਉਹ ਘੁੰਡੀ ਕੀਤੀ ਹੈ, ਐਸੀ ਕਾਰ ਮਹਾਰਾਜ ਜੀਆਂ ਨੇ ਲਾਈ ਹੈ, ਉਹ ਪਰਮਾਤਮਾ ਦਾ ਵਾਚਕ ਹੈ। ਉਥੇ ਹਜੂਰ ਨੇ ਕਿਹਾ ਹੈ ਕਿ ਪਰਮਾਤਮਾ ਤੋਂ ਸਿਵਾ ਕੁਝ ਨਹੀਂ, ਕਿਉਂਕਿ ਜਿਹੜੀ ਕਾਰ ਹੁੰਦੀ ਹੈ ਨਾ ਹੀ ਉਹਦਾ ਕੋਈ ਆਦ ਹੁੰਦਾ ਹੈ, ਨਾ ਹੀ ਕੋਈ ਅੰਤ ਹੁੰਦਾ ਹੈ, ਉਹ ਬੇਅੰਤ ਹੁੰਦੀ ਹੈ। ਮਹਾਰਾਜ ਜੀਆਂ ਨੇ ਇਹ ਜਣਾ ਦਿੱਤਾ ਹੈ ਕਿ ਮਹਾਰਾਜ ਜੀਆਂ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਇਸੇ ਤਰ੍ਹਾਂ ਓੰਕਾਰ ਜੋ ਸਾਧ ਸੰਗਤ ਜੀ ਮਾਇਆ ਦੇ 3 ਗੁਣ ਹਨ, ਰਜੋ ਤਮੋ ਤੇ ਸਤੋ। ਇਸ ਤੋਂ ਹੀ ਮੰਨਿਆ ਜਾਂਦਾ ਹੈ ਕਿ ਸਭ ਚੀਜ਼ਾਂ ਚੱਲ ਰਹੀਆਂ ਹਨ। ਇਹ ਸਾਧ ਸੰਗਤ ਜੀ ਸਭ ਕਿਛ ਦਾ ਪ੍ਰਕਾਸ਼ਕ ਇੱਕ ਓੰਕਾਰ ਮਹਾਰਾਜ ਜੀ ਉਚਾਰਨ ਕਰਦੇ ਹਨ। ਸਤਨਾਮ। ਫਿਰ ਉਹ ਕਾਲ ਪੁਰਖ ਵਾਹਿਗੁਰੂ ਦੇ ਲੱਛਣ ਕਰਦੇ ਹੋਏ ਹਜੂਰ ਫਰਮਾਉਂਦੇ ਹਨ, ਉਸ ਦਾ ਨਾਮ ਸਤ ਹੈ, ਤਿੰਨਾਂ ਕਾਲਾਂ ਵਿੱਚ ਜੋ ਸਦਾ ਸਤ 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 ਸਰੂਪ ਹੈ। ਕਰਤਾ ਪੁਰਖ ਜੋ ਸਭ ਦਾ ਕਰਤਾ ਹੈ, ਹਰੇਕ ਚੀਜ਼ ਜਿਸ ਨੇ ਕਰਤਾ ਹੈ, ਜੋ ਹਰੇਕ ਚੀਜ਼ ਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਘੜੇ ਦਾ ਕਰਤਾ ਘੁਮਿਆਰ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਹਰੇਕ ਜੀਵ, ਕਈ ਕਰੋੜਾਂ ਜਾਤੀਆਂ ਹਨ ਇਹ ਪਸ਼ੂਆਂ ਦੀਆਂ, ਕਰੋੜਾਂ ਹੀ ਜਾਤੀਆਂ ਹਨ ਇਹ ਰੁੱਖਾਂ ਦੀਆਂ। ਸਭ ਨੂੰ ਕਰਨ ਵਾਲਾ ਕੌਣ ਹੈ? ਮੇਰਾ ਕਾਲ ਪੁਰਖ ਵਾਹਿਗੁਰੂ ਹੈ। ਪੁਰਖ ਸਾਧ ਸੰਗਤ ਜੀ ਪੂ ਨਰਕਾਂ ਨੂੰ ਕਹਿੰਦੇ ਹਨ, ਫਿਰ ਜੀਵਾਂ ਨੂੰ ਨਰਕਾਂ ਤੋਂ ਰੱਖ ਲੈਣ ਵਾਲਾ ਹੈ। ਇਸੇ ਤਰ੍ਹਾਂ ਪੁਰਖ ਆਦਮੀ ਨੂੰ ਜਿਸ ਤਰ੍ਹਾਂ ਕਿਹਾ ਜਾਂਦਾ ਹੈ, ਇੱਕ ਕਾਲ ਪੁਰਖ ਵਾਹਿਗੁਰੂ ਪੁਰਖ ਹੈ, ਬਾਕੀ ਸਭ ਉਸ ਦੀਆਂ ਜੀਵ ਇਸਤਰੀਆਂ ਹਨ। ਨਿਰਭਉ ਉਹ ਸਾਧ ਸੰਗਤ ਜੀ ਫਿਰ ਉਸ ਦੇ ਇਹ ਲੱਛਣ ਹਨ, ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਦਾ ਭਉ ਨਹੀਂ, ਬੇਪਰਵਾਹ ਹਨ ਮਹਾਰਾਜ ਜੀ, ਕਿਸੇ ਦੇ ਅਧੀਨ ਨਹੀਂ ਹਨ। ਤੇ ਸਾਧ ਸੰਗਤ ਜੀ ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਗੁਰਸਿੱਖ ਐਸੇ ਕਾਲ ਪੁਰਖ ਵਾਹਿਗੁਰੂ ਦਾ ਆਵਾਹਨ ਕਰਦੇ ਹਨ, ਬਾਜਾਂ ਵਾਲੇ ਪਿਤਾ ਜੀਆਂ ਦਾ, ਸਾਰੇ ਭੈ ਉਹਨਾਂ ਦੇ ਚੱਕੇ ਜਾਂਦੇ ਹਨ। ਨਿਰਵੈਰ ਫਿਰ ਸਾਧ ਸੰਗਤ ਜੀ ਕਿਸੇ ਨਾਲ ਕਾਲ ਪੁਰਖ ਵਾਹਿਗੁਰੂ ਦਾ ਵੈਰ ਨਹੀਂ, ਅਕਿਰਤ ਘਣਾ ਨੂੰ ਪਾਲਦਾ। ਜਿਹੜੇ ਮਹਾਰਾਜ ਜੀਆਂ ਦੀ ਸਾਧ ਸੰਗਤ ਜੀ ਬੰਦਗੀ ਵੀ ਨਹੀਂ ਨਾ ਕਰਦੇ, ਹਜੂਰ ਉਹਨਾਂ ਨੂੰ ਵੀ ਰਿਜ਼ਕ ਦੇ ਰਹੇ ਹਨ। ਉਹ ਨਿਰਵੈਰ ਸਰੂਪ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਅਕਾਲ ਮੂਰਤ ਫਿਰ ਸਾਧ ਸੰਗਤ ਜੀ ਸਭ ਚੀਜ਼ਾਂ ਸਮੇਂ ਦੇ ਅਧੀਨ ਹਨ। ਕਾਲ ਸਮੇਂ ਨੂੰ ਕਹਿੰਦੇ ਹਨ, ਸਮੇਂ ਦੇ ਨਾਲ ਪੁਰਾਣੀਆਂ ਹੋ ਜਾਂਦੀਆਂ ਹਨ। ਬੰਦੇ ਦਾ ਰੂਪ ਵੀ ਸਮੇਂ ਨਾਲ ਘਟ ਜਾਂਦਾ ਹੈ, ਨੇਤਰਾਂ ਦੀ ਜੋਤ ਵੀ ਘਟ ਜਾਂਦੀ ਹੈ, ਤਾਰੇ ਘਟ ਰਹੇ ਹਨ, ਸੂਰਜ ਵੀ ਇੰਨੀ એનર્ਜੀ ਦੇ ਰਿਹਾ ਹੈ, ਉਹ ਵੀ ਘਟਦਾ ਜਾ ਰਿਹਾ ਹੈ, ਸਭ ਕੁਝ ਧਰਤੀ ਘਟ ਰਹੀ ਹੈ। ਪਰ ਮਹਾਰਾਜ ਜੀ ਕਹਿੰਦੇ ਹਨ ਅਕਾਲ ਮੂਰਤ, ਜਿਹੜੀ ਮੇਰੇ ਗੁਰੂ ਦੀ ਮੂਰਤ ਹੈ, ਉਹ ਕਾਲ ਸਮੇਂ ਤੋਂ ਬਾਹਰੀ ਹੈ। ਬੇਅੰਤ ਪ੍ਰਮਾਣ ਸਾਧ ਸੰਗਤ ਜੀ ਆਉਂਦੇ ਹਨ। ਜਿਸ ਸਮੇਂ ਪੀਰ ਨੇ ਸ਼ੰਕਾ ਕੀਤੀ ਸੀ, ਹਜੂਰ ਨੇ ਉਚਾਰਿਆ ਸੀ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ। ਪੀਰ ਜੀ ਕਹਿੰਦੇ ਸੀ 7 ਆਕਾਸ਼ ਨੇ ਤੇ 7 ਪਤਾਲ ਨੇ ਸਾਡੇ ਧਰਮ ਦੇ ਮੁਤਾਬਕ। ਹਜੂਰ ਨੇ ਫਰਮਾਇਆ ਸੀ ਕਈ ਲੱਖ ਹੀ ਪੀਰ ਜੀ ਪਤਾਲ ਨੇ ਥੱਲੇ ਨੂੰ, ਤੇ ਉੱਪਰ ਨੂੰ ਆਕਾਸ਼ ਵੀ ਲੱਖਾਂ ਹੀ ਨੇ। ਉਸ ਸਮੇਂ ਪੀਰ ਨੇ ਕਿਹਾ ਸੀ ਮਹਾਰਾਜ ਜੀ ਜਾਂ ਤਾਂ ਸਾਨੂੰ ਦਿਖਾਵੋ। ਉਸ ਸਮੇਂ ਪੀਰ ਨੇ ਕਿਹਾ ਮੇਰੀ ਤਾਂ ਆਯੂ ਬਿਰਧ ਹੋ ਗਈ ਹੈ ਹਜੂਰ, ਆਪ ਕਿਰਪਾ ਕਰੋ ਆ ਮੇਰੇ ਪੁੱਤਰ ਨੂੰ ਦਿਖਾ ਦੇਵੋ, ਮੈਂ ਇਹਦਾ ਕਿਹਾ ਮੰਨ ਲਵਾਂਗਾ। ਹਜੂਰ ਨੇ ਸਾਧ ਸੰਗਤ ਜੀ ਉਸੇ ਸਮੇਂ ਹੱਥ ਉਸ ਦੇ ਪੀਰ ਦੇ ਪੁੱਤਰ ਦਾ ਪਕੜਿਆ ਹੈ। ਹਜੂਰ ਆਪਣੇ ਨਾਲ ਜਿਸ ਤਰ੍ਹਾਂ ਲੈ ਕੇ ਗਏ, ਜਿੱਥੇ ਵੀ ਪੀਰ ਦਾ ਪੁੱਤਰ ਆਕਾਸ਼ਾਂ ਵਿੱਚ ਜਾਂਦਾ ਹੈ, ਕੀ ਦੇਖਦਾ ਹੈ? ਸਤ ਸੰਗਤ ਹੋ ਰਹੀ ਹੈ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਅਦੁੱਤੀ ਦਰਬਾਰ ਸਜਦਾ ਹੈ। ਹਜੂਰ ਦੇ ਜੈ ਜੈਕਾਰ ਦੇ ਜਸ ਡੰਕੇ ਵੱਜ ਰਹੇ ਹਨ। ਫਿਰ ਪੀਰ ਜੀ ਦੇ ਪੁੱਤਰ ਅਖੀਰ ਨੂੰ ਕਹਿੰਦਾ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪਾਂ ਨੂੰ ਤਾਂ ਆਇਆਂ ਨੂੰ ਕਈ ਸਾਲ ਹੋ ਗਏ ਨੇ ਹਜੂਰ। ਮੈਂ ਹਜੇ ਵੀ ਮਹਾਰਾਜ ਜੀ ਦੇਖ ਦੇਖ ਕੇ ਥੱਕ ਗਿਆ ਹਾਂ। ਹਜੇ ਤਾਂ ਹੋਰ ਵੀ ਜਿਸ ਤਰ੍ਹਾਂ ਕਹਿੰਦਾ ਹੈ ਪਤਾਲ ਆਕਾਸ਼ ਦੇਖਣੇ ਹਨ, ਪਰ ਮੈਂ ਮਹਾਰਾਜ ਜੀ ਕਿਤੇ ਮੇਰਾ ਪਿਤਾ ਹੀ ਨਾ ਚੜ੍ਹਾਈ ਕਰ ਜਾਵੇ, ਮੈਨੂੰ ਵਾਪਸ ਲੈ ਜਾਵੋ। ਉਸੇ ਸਮੇਂ ਸਾਧ ਸੰਗਤ ਜੀ, ਜਿਸ ਸਮੇਂ ਪੀਰ ਦਾ ਪੁੱਤਰ ਆ ਕੇ ਦੱਸਦਾ ਹੈ, ਪੀਰ ਕਹਿੰਦਾ ਹੈ, ਇਹਨਾਂ ਨੇ ਤਾਂ ਤੇਰੀ ਬਾਂਹ ਫੜ ਕੇ ਹਜੇ ਬਸ ਛੱਡੀ ਹੀ ਹੈ, ਤੈਨੂੰ ਸਪਰਸ਼ ਹੀ ਕੀਤਾ ਹੈ, ਅੱਖ ਦੇ ਝਮੱਕੇ ਮਾਤਰ ਸੇ ਹੀ ਤੈਨੂੰ ਸਾਰਾ ਕੁਝ ਦਿਖਾ ਦਿੱਤਾ। ਕਿਉਂਕਿ ਸਾਧ ਸੰਗਤ ਜੀ, ਬੰਦੇ ਨੂੰ ਚੱਲਣ ਵਾਸਤੇ ਸਮੇਂ ਦੀ ਲੋੜ ਪੈਂਦੀ ਹੈ। ਜਿਸ ਸਮੇਂ ਨੂਰਾ ਮਾਹੀ ਸਰਹੰਦ ਨੂੰ ਜਾ ਰਿਹਾ ਸੀ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ, ਉਸ ਸਮੇਂ ਸਾਧ ਸੰਗਤ ਜੀ ਹਜੂਰ ਨੇ ਕਿਹਾ ਸੀ ਕਿ ਕੋਈ ਸਿਪਾਹੀ ਰੁੱਖ ਤੇ ਚੜੇ, ਦੇਖੇ ਕੋਈ ਕਿੱਥੇ ਕੋਈ ਨੂਰਾ ਮਾਹੀ ਆ ਗਿਆ ਹੈ। ਉਥੋਂ ਦੇ ਵਸਨੀਕ ਕਹਿੰਦੇ ਹਨ, ਮਹਾਰਾਜ ਜੀ ਸਰਹੰਦ ਤਾਂ ਬਹੁਤ ਦੂਰ ਹੈ, 3-4 ਦਿਨ ਲੱਗ ਸਕਦੇ ਨੇ। ਪਰ ਜਦੋਂ ਸ਼ਾਮ ਪਈ, ਹਜੂਰ ਨੇ ਤੀਸਰੀ ਵਾਰ ਬਚਨ ਕਿਹਾ ਸੀ, ਕੋਈ ਸਿੱਖ ਰੁੱਖ ਤੇ ਚੜੇ, ਦੇਖੇ ਨੂਰਾ ਮਾਹੀ ਆ ਰਿਹਾ ਹੈ। ਗੁਰਸਿੱਖਾਂ ਨੇ ਮਨ ਵਿੱਚ ਭੈ ਰੱਖਦੇ ਹੋਏ ਆਖਿਆ, ਹਜੂਰ ਦੇ ਬਚਨ ਕਦੇ ਸੱਤ ਨਹੀਂ ਹੁੰਦੇ। ਰੁੱਖ ਤੇ ਚੜ੍ਹਦੇ ਹੋਏ ਕੀ ਤੱਕਦੇ ਹਨ? ਨੂਰਾ ਮਾਹੀ ਕਹਿੰਦੇ ਹਨ, ਦੂਰੋਂ ਮਹਾਰਾਜ ਜੀ ਚਿੱਟੀ ਪੱਗ ਦਿਸੀ ਹੈ, ਭੱਜਾ ਆਉਂਦਾ ਹੈ ਮਹਾਰਾਜ ਜੀ। ਕਿਉਂਕਿ ਸਾਧ ਸੰਗਤ ਜੀ, ਹਜੂਰ ਸਮੇਂ ਦੇ ਅਧੀਨ ਨਹੀਂ ਹਨ, ਸਭ ਜੀਵ ਸਮੇਂ ਦੇ ਅਧੀਨ ਹਨ। ਉਸ ਅਕਾਲ ਪੁਰਖ ਵਾਹਿਗੁਰੂ ਦੀ ਮੂਰਤ ਸਦਾ ਨਵੀਂ ਹੈ, ਸਾਹਿਬ ਮੇਰਾ ਨੀਤ ਨਵਾਂ। ਜਦੋਂ ਗੁਰਸਿੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਦੇ ਹਨ, ਐਸੀ ਠੰਡ ਵਰਤਦੀ ਹੈ ਹਜੂਰ ਦੇ ਦਰਸ਼ਨ ਕਰਦਿਆਂ ਹੋਇਆਂ। ਜਦੋਂ ਹੁਕਮਨਾਮਾ ਸਾਹਿਬ ਸੁਣਦੇ ਹਨ, ਚਾਹੇ ਉਹ ਸਾਧ ਸੰਗਤ ਜੀ ਤੀਸਰੀ ਚੌਥੀ ਵਾਰ ਸੁਣਿਆ ਹੋਵੇ ਹੁਕਮਨਾਮਾ ਸਾਹਿਬ, ਐਸਾ ਪ੍ਰੇਮ ਹੈ ਗੁਰਸਿੱਖਾਂ ਵਿੱਚ। ਕਹਿੰਦੇ ਹਨ, ਮਹਾਰਾਜ ਜੀ ਇਹ ਤਾਂ ਸ਼ਬਦ ਮੈਂ ਕਦੇ ਸੁਣਿਆ ਹੀ ਨਹੀਂ ਸੀ। ਕੋਈ ਨਵੀਂ ਚੀਜ਼ ਉਹਨਾਂ ਨੂੰ ਹਜੂਰ ਦੇ ਜਿਸ ਤਰ੍ਹਾਂ ਹੁਕਮਨਾਮਾ ਸਾਹਿਬ ਵਿੱਚੋਂ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਕਿਉਂਕਿ ਹਜੂਰ ਅਕਾਲ ਮੂਰਤ ਹਨ, ਸਮੇਂ ਦੇ ਅਧੀਨ ਹਜੂਰ ਨਹੀਂ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਅਜੂਨੀ ਸੈਪੰ। ਫਿਰ ਸਾਧ ਸੰਗਤ ਜੀ, ਆਂਡਿਆਂ ਦੀਆਂ ਜੂਨੀਆਂ ਹੁੰਦੀਆਂ ਹਨ। ਕਈ ਜੀਵ ਆਂਡੇ ਤੋਂ ਪੈਦਾ ਹੁੰਦੇ ਹਨ, ਅੰਡਜ, ਜੀਰਜ, ਸੇਤਜ, ਕੀਨੀ। ਕੋਈ ਜੇਰ ਤੋਂ ਪੈਦਾ ਹੁੰਦੇ ਨੇ, ਕੋਈ ਸਾਧ ਸੰਗਤ ਜੀ ਪਸੀਨਿਆਂ ਚੋਂ ਪੈਦਾ ਹੁੰਦੇ ਨੇ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ, ਕਈ ਕਰੋੜਾਂ ਜਿਸ ਤਰ੍ਹਾਂ ਜੀਵ ਦੇ ਆਉਣ ਦੀਆਂ ਭਾਵ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਖਾਣੀਆਂ ਹਨ, ਜਿੱਧਰੋਂ ਦੀ ਜੀਵ ਪੈਦਾ ਹੁੰਦੇ ਹਨ। ਫਿਰ ਜੇ ਕੋਈ ਪੁੱਛੇ ਵਾਹਿਗੁਰੂ ਵੀ ਪੈਦਾ ਹੋਇਆ ਹੋਊਗਾ ਕਿਤੋਂ? ਮਹਾਰਾਜ ਜੀ ਕਹਿੰਦੇ ਹਨ, ਨਹੀਂ, ਉਹ ਅਜੂਨਾ ਤੋਂ ਰਹਿਤ ਹੈ। ਸਹਿ ਭੰਗ ਸੁਤੇ ਪ੍ਰਕਾਸ਼ ਆਪਣੇ ਆਪ ਵਿੱਚੋਂ ਹੀ ਉਸ ਦਾ ਪ੍ਰਕਾਸ਼ ਹੈ। ਤੇ ਜਿਸ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਚਰਣਾ ਕਮਲਾਂ ਦੀ ਧੂੜੀ ਵਿੱਚੋਂ ਸਭ ਖੰਡ ਬ੍ਰਹਿਮੰਡ ਰੋਸ਼ਨਾ ਰਹੇ ਹਨ। ਗੁਰ ਪ੍ਰਸਾਦ। ਮਹਾਰਾਜ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਮਹਾਰਾਜ ਜੀ ਫਰਮਾਉਂਦੇ ਹਨ, ਗੁਰ ਪ੍ਰਸਾਦ, ਜਿਸ ਤੇ ਮੇਰੇ ਵਾਹਿਗੁਰੂ ਜੀਆਂ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਰਾਗ ਜੈਜਾਵੰਤੀ ਮਹੱਲਾ ਨਾਵਾ। ਅੱਜ ਰਾਗ ਜੈਜਾਵੰਤੀ ਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਹੱਲਾ ਨਾਵਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਵੇਂ ਸਰੂਪ ਜਿਸ ਸਮੇਂ ਸਾਧ ਸੰਗਤ ਜੀ ਸਾਧੂ ਮਹਾਤਮਾ ਕਹਿੰਦੇ ਹਨ, ਮਹਾਰਾਜ ਜੀ ਜੀਵਨ ਦਾ ਮਹਾਰਾਜ ਜੀ ਕੀ ਕਾਜ ਕਰਨ ਵਾਸਤੇ ਬੰਦਾ ਇੱਥੇ ਆਇਆ ਹੈ? ਮਹਾਰਾਜ ਜੀ ਆਪ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋ। ਹਜੂਰ ਨਾਮ ਤਾਂ ਜਪੀਦਾ ਹੈ, ਬਾਣੀ ਵੀ ਮਹਾਰਾਜ ਜੀ ਪੜ੍ਹੀ ਦੀ ਹੈ, ਪਰ ਜੋ ਬਰਾਗ ਮਹਾਰਾਜ ਜੀ ਪੈਦਾ ਹੁੰਦਾ ਹੈ ਉਹ ਸਦਾ ਨਹੀਂ ਰਹਿੰਦਾ। ਕਦੇ ਤਾਂ ਮਹਾਰਾਜ ਜੀ ਨਾਮ ਦੀ ਬੜੀ ਖਿੱਚ ਪੈਂਦੀ ਹੈ, ਫਿਰ ਮਹਾਰਾਜ ਜੀ ਕਹੀਦਾ ਹੈ ਨਿਤਨੇਮ ਵਿੱਚ ਵੀ ਅੱਜ ਢਿੱਲ ਪੈ ਗਈ। ਕਿਤੇ ਤਾਂ ਮਹਾਰਾਜ ਜੀ ਮਾਰ ਜੀਵ 5 ਗ੍ਰੰਥੀ ਤਿਕਰ ਨਿਤਨੇਮ ਪਹੁੰਚ ਜਾਂਦਾ ਹੈ। ਜੇ ਅੱਜ ਪੁੱਛੀਏ ਕਿਸੇ ਨੂੰ, ਕਹਿੰਦੇ ਹਨ
ਪਹਿਲਾਂ ਮੈਂ ਬਹੁਤ ਨਾਮ ਜਪਿਆ ਕਰਦਾ ਸੀ, ਮੇਰੇ ਵਰਗਾ ਕੋਈ ਗੁਰਸਿੱਖ ਨਹੀਂ ਸੀ। ਸਵੇਰੇ ਹੀ ਮੈਂ ਗੁਰੂ ਘਰੇ ਆ ਜਾਂਦਾ ਹੁੰਦਾ ਸੀ। ਜੇ ਪੁੱਛੀਏ ਹੁਣ ਕੀ ਹੋ ਗਿਆ, ਕਹਿੰਦੇ ਹਨ ਹੁਣ ਉਹ ਵਾਲੀ ਗੱਲ ਨਹੀਂ ਰਹੀ। ਹਜੂਰ ਦੇ ਪਾਸ ਸਾਧੂ ਮਹਾਤਮਾ ਕਹਿੰਦੇ ਹਨ, ਮਹਾਰਾਜ ਜੀ ਉਹ ਵਿਰਾਗ ਹਜੂਰ ਸਦਾ ਕਿਉਂ ਨਹੀਂ ਰਹਿੰਦਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿੱਥੇ ਗੁਰਸਿੱਖ ਆਪਣੇ ਮਨ ਦੀ ਗੱਲ ਕਰਦੇ ਹਨ ਹਜੂਰ ਦੇ ਪਾਸ, ਮਹਾਰਾਜ ਜੀ ਉਹਨਾਂ ਨੂੰ ਨਿਹਾਲ ਕਰ ਰਹੇ ਹਨ। ਰਾਮ ਸਿਮਰ ਰਾਮ ਸਿਮਰ। ਮਹਾਰਾਜ ਜੀ ਫਰਮਾਉਂਦੇ ਹਨ, ਹੇ ਜੀਵ ਰਾਮ ਸਿਮਰ, ਵਾਹਿਗੁਰੂ ਦਾ ਸਿਮਰਨ ਕਰ। ਦੂਸਰੀ ਵਾਰ ਹਜੂਰ ਨਿਸ਼ਚੇ ਵਾਚਕ ਹੋ ਕੇ ਕਹਿੰਦੇ ਹਨ, ਰਾਮ ਸਿਮਰ। ਇਸੇ ਕਰ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀ ਫਰਮਾਉਂਦੇ ਹਨ, ਆਪਣੇ ਮਨ ਕਰਕੇ ਉਸ ਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਤੇ ਇਸੇ ਤਰ੍ਹਾਂ ਫਿਰ ਬਾਣੀ ਕਰਕੇ ਆਪਣੇ ਮੁਖ ਤੋਂ ਵੀ ਗੁਰ ਨੈਣ ਬੈਣ ਗੁਰ ਗੁਰ ਕਰੋ। ਆਪਣੇ ਨੇਤਰਾਂ ਵਿੱਚ ਵੀ ਗੁਰੂ ਦਾ ਵਾਸ ਕਰ ਲਾ, ਆਪਣੇ ਬੋਲਾਂ ਵਿੱਚ ਵੀ ਗੁਰੂ ਦਾ ਵਾਸ ਕਰ ਲਾ। ਕਿਉਂਕਿ ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਜਿਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਨਹੀਂ ਕੀਤੇ, ਹਜੂਰ ਨੂੰ ਧਾਰਨ ਨਹੀਂ ਕੀਤਾ ਗੁਰੂ, ਮਹਾਰਾਜ ਜੀ ਕਹਿੰਦੇ ਹਨ ਕਾਹਤੋਂ ਸੰਸਾਰ ਵਿੱਚ ਆ ਗਏ। ਨਹੀਂ ਸੀ ਆਉਣਾ ਚਾਹੀਦਾ ਉਹਨਾਂ ਨੂੰ, ਉਹਨਾਂ ਦਾ ਤਾਂ ਜਨਮ ਮਾਨੋ ਕਿ ਅਸਫਲ ਹੈ। ਇਸੇ ਤਰ੍ਹਾਂ ਮਹਾਰਾਜ ਜੀ ਜਿਸ ਤਰ੍ਹਾਂ ਕਿਸੇ ਨੂੰ ਜਗਾਈਦਾ ਹੈ ਨੀਂਦ ਵਿੱਚ, ਮਹਾਰਾਜ ਜੀ ਫਰਮਾਉਂਦੇ ਹਨ ਰਾਮ ਸਿਮਰ, ਉੱਠ। ਪਰ ਬੰਦਾ ਨਹੀਂ ਉੱਠਦਾ। ਫਿਰ ਦੂਸਰੀ ਵਾਰ ਮਹਾਰਾਜ ਜੀ ਪ੍ਰੇਮ ਨਾਲ ਹਲਾਰਾ ਦਿੰਦੇ ਕਹਿੰਦੇ ਹਨ, ਰਾਮ ਸਿਮਰ। ਇਹ ਹੈ ਤੇਰਾ ਕਾਜ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਇਹੀ ਜੀਵ ਸੰਸਾਰ ਵਿੱਚ ਤੂੰ ਨਾਮ ਜਪਣ ਵਾਸਤੇ ਹੀ ਆਇਆ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਸਭ ਜੀਵ ਸੁਖ ਭਾਲਦੇ ਹਨ ਅੱਜ ਸੰਸਾਰ ਵਿੱਚ, ਜਿਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੁੱਖਾਂ ਦੀ ਮਣੀ ਪਰੋਈ ਆਉਂਦੇ ਹਨ। ਮਹਾਰਾਜ ਜੀ ਸੁਖਮਣੀ ਸਾਹਿਬ ਜੀਆਂ ਦੀ ਗੁਰਬਾਣੀ ਦਾ ਆਰੰਭ ਹੀ ਮਹਾਰਾਜ ਜੀ ਇੱਥੋਂ ਕਰਦੇ ਹਨ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਮਹਾਰਾਜ ਜੀ ਫਰਮਾਉਂਦੇ ਹਨ, ਸਿਮਰਨ ਕਰੋ ਉਸ ਕਾਲ ਪੁਰਖ ਵਾਹਿਗੁਰੂ ਦਾ ਆਪਣੇ ਮਨ ਬਾਣੀ ਸਰੀਰ ਕਰਕੇ। ਜਿਹੜੇ ਕਾਲਯੁਗ ਦੇ ਵਿੱਚ ਦੁੱਖ ਹਨ ਸਭ ਨਾਸ਼ ਹੋ ਜਾਣਗੇ। ਤੈਨੂੰ ਤੇਰੇ ਹਿਰਦੇ ਦੇ ਵਿੱਚ ਇੱਕ ਅਕੈ ਸੁਖ ਵਸੇਗਾ। ਇਸੇ ਤਰ੍ਹਾਂ ਸਾਧ ਸੰਗਤ ਜੀ ਬਿਨ ਹਰ ਭਜਨ ਨਾਹੀ ਨਿਸਤਾਰਾ, ਸੂਖ ਨਾ ਕਿਨਹੂ ਲਹਿਆ। ਮਹਾਰਾਜ ਜੀ ਫਰਮਾਉਂਦੇ ਹਨ, ਜੀਵ ਕਿੱਥੇ ਸੁਖ ਭਾਲਦਾ ਹੈ, ਇਹ ਬਾਹਰੀ ਸੁਖ ਭਾਲਦਾ ਹੈ, ਦੇਖਦਾ ਹੈ ਜੇ ਮੈਂ ਇੱਥੇ ਜਾਵਾਂਗਾ ਮੈਨੂੰ ਸੁਖ ਮਿਲੇਗਾ। ਇਹ ਸੰਸਾਰੀ ਸੁਖ ਸਮੇਂ ਪੈਣ ਦੇ ਨਾਲ ਭੰਗਰ ਹੋ ਜਾਂਦੇ ਹਨ, ਨਾਸ਼ ਹੋ ਜਾਂਦੇ ਹਨ। ਪਰ ਮਹਾਰਾਜ ਜੀ ਫਰਮਾਉਂਦੇ ਹਨ, ਵਾਹਿਗੁਰੂ ਦੇ ਨਾਮ ਜਪਣ ਦਾ ਜੋ ਸੁਖ ਹੈ, ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ। ਹਰ ਕੋ ਨਾਮ ਸਦਾ ਸੁਖਦਾਈ, ਸਦਾ ਸੁਖ ਦੇਣ ਵਾਲਾ ਮਹਾਰਾਜ ਜੀ ਕਹਿੰਦੇ ਹਨ, ਮੇਰੇ ਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਜਿਸ ਤਰ੍ਹਾਂ ਬਚਨ ਆਉਂਦੇ ਹਨ, ਦੁੱਖ ਮੈਂ ਸਿਮਰਨ ਸਭ ਕਰੈ, ਸੁਖ ਮੈਂ ਕਰੈ ਨਾ ਕੋਏ। ਜੇ ਸੁਖ ਮੈਂ ਸਿਮਰਨ ਕਰੈ ਤੋ ਦੁੱਖ ਕਾਹੇ ਕੋ ਹੋਏ। ਮਹਾਰਾਜ ਜੀ ਫਰਮਾਉਂਦੇ ਹਨ ਕਿ ਸੁੱਖਾਂ ਦੇ ਵਿੱਚ ਬੰਦਾ ਜਿਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਦੁੱਖ ਆਉਂਦਾ ਹੈ ਲਿੜਕਲੀਆਂ ਲੈਂਦੇ ਹਨ, ਹਸਪਤਾਲਾਂ ਦੇ ਵਿੱਚ ਬੈਠੇ ਫਿਰ ਮਹਾਰਾਜ ਜੀ ਇੱਕ ਪਲ ਵੀ ਨਹੀਂ ਵਿਸਰਦੇ, ਦੁੱਖ ਦਾਰੂ ਸੁਖ ਰੋਗ ਭਇਆ। ਮਹਾਰਾਜ ਜੀ ਕਹਿੰਦੇ ਹਨ, ਇਹ ਤਾਂ ਦੁੱਖ ਤਾਂ ਦਾਰੂ ਦੀ ਨਿਆਈ ਹਨ, ਕਿਉਂਕਿ ਦੁੱਖ ਵਿੱਚ ਤਾਂ ਬੰਦੇ ਨੂੰ ਵਿਸਰਦਾ ਨਹੀਂ। ਮਹਾਰਾਜ ਜੀ ਫਰਮਾਉਂਦੇ ਹਨ, ਜੇ ਸੁਖ ਮੈਂ ਸਿਮਰਨ ਕਰੇ, ਪਰ ਗੁਰਮੁਖ ਐਸੇ ਹੁੰਦੇ ਹਨ ਹਜੂਰ ਦੇ ਜੇ ਦਿੱਤੇ ਹੋਏ ਪਦਾਰਥਾਂ ਦਾ ਮਾਣ ਨਹੀਂ ਕਰਦੇ। ਕਹਿੰਦੇ ਹਨ ਮਹਾਰਾਜ ਜੀ, ਜੇ ਮੇਰੀ ਕਿਸਮਤ ਵਿੱਚ ਆਪ ਜੀਆਂ ਨੇ ਲਿਖੇ ਹਨ, ਮਿਲੇ ਹਨ, ਮਹਾਰਾਜ ਜੀ ਮੈਂ ਕਿਹੜਾ ਛਾਤੀ ਤੇ ਰੱਖ ਕੇ ਲੈ ਜਾਣੇ ਹਨ। ਮਹਾਰਾਜ ਜੀ ਇੱਕ ਨਾਮ ਹੀ ਚਾਹੀਦਾ ਹੈ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਮੈ ਅਵਰ ਨਾ ਭਾਇਆ ਰਾਮ। ਜੇ ਉਹਨਾਂ ਵਾਲੀ ਸਾਰੀ ਧਰਤੀ ਸੋਨੇ ਦੀ ਕਰ ਦਈਏ ਜਿੱਥੋਂ ਤੁਰ ਕੇ ਲੰਘਣ, ਮਹਾਰਾਜ ਜੀ ਮੈਂ ਕੀ ਧਰਤੀ ਸੋਨੇ ਦੀ ਕਰਨੀ ਖਾਣੀ ਹੈ। ਮਹਾਰਾਜ ਜੀ ਮੈਨੂੰ ਤਾਂ ਮਹਾਰਾਜ ਜੀ ਆਪ ਜੀਆਂ ਦਾ ਨਾਮ ਚੰਗਾ ਲੱਗਦਾ ਹੈ। ਫਿਰ ਸਾਧ ਸੰਗਤ ਜੀ ਜੇ ਸੁਖ ਮੈਂ ਸਿਮਰਨ ਕਰੈ ਤੋ ਦੁੱਖ ਕਾਹੇ ਕੋ ਹੋਏ। ਫਿਰ ਸਾਧ ਸੰਗਤ ਜੀ ਉਹਨਾਂ ਨੂੰ ਕਦੇ ਦੁੱਖ ਨਹੀਂ ਲੱਗਦਾ।
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਪਾਸ ਜਿਸ ਤਰ੍ਹਾਂ ਗੁਰਸਿੱਖ ਆ ਕੇ ਕਹਿੰਦੇ ਹਨ, ਮਹਾਰਾਜ ਜੀ ਕਿਉਂ ਸਿਮਰਿਆ ਨਹੀਂ ਜਾਏ। ਕਿਵੇਂ ਮਹਾਰਾਜ ਜੀ ਆਪ ਜੀਆਂ ਦਾ ਨਾਮ ਸਿਮਰਾਂ। ਹਜੂਰ ਇੰਨਾ ਬਲ ਨਹੀਂ ਹੈਗਾ ਮਹਾਰਾਜ ਜੀ ਕਿ ਆਪ ਜੀਆਂ ਦਾ ਸਾਡੇ ਤੋਂ ਨਾਮ ਸਿਮਰਿਆ ਜਾਵੇ। ਤਪੇ ਹਿਆਉ ਜੀੜਾ ਬਿਲ ਲਾਏ। ਮਹਾਰਾਜ ਜੀ ਹਿਰਦਾ ਸੜ ਰਿਹਾ ਹੈ। ਜੇ ਝਾਕੀ ਮਾਰ ਕੇ ਦੇਖੀਏ ਸੰਸਾਰੀ ਸੁੱਖ ਨਹੀਂ ਦਿੰਦੇ। ਮਾਇਆ ਇਕੱਠੀ ਕੀਤੀ ਹੋਈ ਸਾਧ ਸੰਗਤ ਜੀ ਕਈ ਤਰ੍ਹਾਂ ਦੇ, ਜਿਸ ਤਰ੍ਹਾਂ ਦੋ ਦਿਲ ਢਾਉਣੇ ਪੈਂਦੇ ਹਨ ਲੋਕਾਂ ਦੇ, ਤਰਲੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਫਿਰ ਬੰਦਾ ਸਾਂਭ ਕੇ ਰੱਖਦਾ ਹੈ। ਜੇ ਸਾਧ ਸੰਗਤ ਜੀ ਘਰ ਵਿੱਚ ਮਾਇਆ ਪਈ ਹੋਵੇ, ਸੂਤੇ ਹੀ ਯਾਦ ਹੁੰਦੀ ਆ ਕਿੰਨੇ ਡਾਲਰਾਂ ਦੇ ਕਿਹੜੇ ਨੋਟ ਪਏ ਨੇ, ਕਿਉਂਕਿ ਮਾਇਆ ਵਿੱਚ ਬੰਦੇ ਦੀ ਪ੍ਰੀਤ ਹੈ। ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਨ ਗੁਰਸਿੱਖ, ਕਿਉਂਕਿ ਸਾਧ ਸੰਗਤ ਜੀ ਮਾਇਆ ਵੱਲ ਤਾਂ ਆਪਣੇ ਆਪ ਬਿਰਤੀ ਜਾਂਦੀ ਹੈ, ਕਿਉਂਕਿ ਪ੍ਰੇਮ ਉੱਥੇ ਲੱਗਾ ਹੈ, ਉਹਨੂੰ ਇਕੱਠੀ ਕਰਨ ਵਿੱਚ ਲੱਗਾ ਹੈ। ਜੇ ਕਿਤੇ ਬਾਹਰ ਗਿਆ ਹੋਵੇ, ਪਿੱਛੋਂ ਫੋਨ ਆ ਜਾਏ ਕਿ ਘਰੇ ਚੋਰੀ ਹੋ ਗਈ, ਉੱਥੇ ਹੀ ਜਾਨ ਨਿਕਲ ਜਾਂਦੀ ਹੈ। ਐਸੀਆਂ ਵੀ ਖਬਰਾਂ ਸੁਣਨ ਨੂੰ ਮਿਲੀਆਂ ਹਨ। ਮਹਾਰਾਜ ਜੀ ਅੱਗੇ ਗੁਰਸਿੱਖ ਅਰਦਾਸ ਕਰਦੇ ਹਨ, ਮਹਾਰਾਜ ਜੀ ਇਸ ਜਾਲ ਤੋਂ ਕਿਵੇਂ ਛੁੱਟੀਏ। ਮਹਾਰਾਜ ਜੀ ਛੁੱਟਿਆ ਨਹੀਂ ਜੇ ਜਾਂਦਾ, ਹਜੂਰ ਕਿਰਪਾ ਕਰੋ, ਸਾਡਾ ਹਿਰਦਾ ਤਪ ਰਿਹਾ ਹੈ ਤੇ ਮਹਾਰਾਜ ਜੀ ਸਾਡੀ ਜੀਵ ਆਤਮਾ ਅੰਦਰ ਚੰਗਿਆੜੇ ਲੈ ਰਹੀ ਹੈ, ਰੋਂਦੀ ਹੈ। ਉਸ ਸਮੇਂ ਹਜੂਰ ਨੇ ਜਿਸ ਤਰ੍ਹਾਂ ਫਰਮਾਇਆ ਸੀ, ਵਖਰ ਨਾਮ ਦੇਖਣ ਕੋ ਜਾਏ। ਕੋਈ ਮਹਾਰਾਜ ਜੀ ਜਿਸ ਤਰ੍ਹਾਂ ਗੁਰਸਿੱਖ ਕਹਿੰਦੇ ਹਨ, ਹਜੂਰ ਸੰਗਤ ਵੀ ਕਰੀਦੀ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਸੰਗਤ ਕਰਨ ਤਾਂ ਤੂੰ ਜਾਣਾ ਹੈ, ਪਰ ਉੱਥੇ ਤੂੰ ਇੱਧਰ ਉੱਧਰ ਹੀ ਵੇਖ ਕੇ ਆ ਜਾਣਾ ਹੈ। ਜਿਸ ਤਰ੍ਹਾਂ ਭਗਤ ਕਬੀਰ ਜੀ ਫਰਮਾਉਂਦੇ ਹਨ, ਕਬੀਰ ਫਲ ਲਾਗੇ ਫਲਣ ਪਾਕਣ ਲਾਂਗੇ ਆਂਬ। ਜਿਸ ਸਮੇਂ ਭਗਤ ਕਬੀਰ ਜੀਆਂ ਨੇ ਦੇਖਿਆ ਇੱਕ ਅੰਬ ਦਾ ਰੁੱਖ ਹੈ, ਮਾਲੀ ਜਿਹੜੇ ਚੰਗੇ ਅੰਬ ਸੀ ਉਹ ਇਕੱਠੇ ਕਰਕੇ ਪੈਕ ਕਰਕੇ ਮਾਲਕ ਕੋਲ ਪਹੁੰਚਾ ਰਿਹਾ ਸੀ। ਉਥੋਂ ਸਿੱਖਿਆ ਲੈ ਕੇ ਭਗਤ ਫਰੀਦ ਜੀ ਕਹਿੰਦੇ ਹਨ, ਸੰਗਤ ਵਿੱਚ ਤਾਂ ਸਾਰੇ ਹੀ ਆਉਂਦੇ ਹਨ, ਅੰਬ ਦੇ ਰੁੱਖ ਨੂੰ ਬੜਾ ਬੂਰ ਪੈਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਸਭ ਸੰਸਾਰ ਹੈ, ਪਰ ਸਾਧ ਸੰਗਤ ਜੀ ਉਹਨਾਂ ਵਿੱਚੋਂ ਬਾਲਾ ਬੂਰ ਝੜ ਜਾਂਦਾ ਹੈ। ਝੜਨ ਦੀ ਨਿਆਈ ਸੰਗਤ ਵਿੱਚ ਹੀ ਨਹੀਂ ਆਉਂਦੇ। ਜਿਹੜੇ ਸੰਗਤ ਵਿੱਚ ਵੀ ਆ ਜਾਂਦੇ ਹਨ, ਫਿਰ ਸਾਧ ਸੰਗਤ ਜੀ ਉਹ ਬੂਰਾਂ ਨੂੰ ਫਲ ਲੱਗਦੇ ਹਨ, ਅੰਬ ਲੱਗਦੇ ਹਨ। ਜਿਸ ਸਮੇਂ ਅੰਬ ਲੱਗਦੇ ਹਨ, ਕਈ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਚਿੜੀਆਂ ਆਦਿਕ ਖਾ ਜਾਂਦੀਆਂ ਹਨ। ਇਹ ਪੰਛੀਆਂ ਦੀ ਨਿਆਈ ਰਾਹ ਵਿੱਚ ਵਕਾਰ ਹੀ ਖਾ ਜਾਂਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਭਗਤ ਫਰੀਦ ਜੀ ਕਹਿੰਦੇ ਹਨ, ਜਿਸ ਤਰ੍ਹਾਂ ਜਾਏ ਪਹੁੰਚੇ ਖਸਮ ਕੋ ਜਿਉਂ ਬੀਚ ਨਾ ਖਾਈ ਕਾਂਬ। ਖਸਮ ਨੂੰ ਉਹ ਜਾ ਕੇ ਪੁੱਜਦੇ ਹਨ, ਜਿੰਨੀਆਂ ਵੀ ਹਨੇਰੀਆਂ ਚੱਲੀਆਂ ਨੇ, ਜਿਹੜੇ ਅੰਬਾਂ ਨੇ ਸਹੀਆਂ ਨੇ। ਫਿਰ ਸਾਧ ਸੰਗਤ ਜੀ ਉਹ ਅੰਬ ਦਾਗੀ ਨਾ ਹੋਏ, ਉਹ ਅੰਬਾਂ ਨੂੰ ਫਿਰ ਖਸਮ ਤਿੱਕਰ ਪਹੁੰਚਾ ਦਿੱਤਾ ਜਾਂਦਾ ਹੈ, ਜਿਹੜੇ ਸਤ ਸੰਗਤ ਵਿੱਚ ਵੀ ਆਉਂਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿੰਨੀ ਮਰਜ਼ੀ ਹਵਾ ਹਨੇਰੀ ਚੱਲੇ, ਭਾਵੇਂ ਕੁਝ ਵੀ ਪੱਲੇ ਨਾ ਰਹੇ, ਫਿਰ ਵੀ ਕਹਿੰਦੇ ਨੇ ਮਹਾਰਾਜ ਜੀ ਕਿੱਡੀ ਕੁ ਗੱਲ ਹੈ। ਹੁਣ ਤਾਂ ਮਹਾਰਾਜ ਜੀ ਤਨ ਮਨ ਧਨ ਤੁਹਾਡਾ ਹੀ ਸੀ, ਹਜੂਰ ਆਪ ਜੀਆਂ ਨੂੰ ਸੌਂਪ ਦਿੱਤਾ ਹੈ। ਜਿਸ ਤਰ੍ਹਾਂ ਭਾਈ ਮਹੇਸ਼ਾ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਪਾਸ ਆ ਕੇ ਕਹਿੰਦੇ ਹਨ, ਮਹਾਰਾਜ ਜੀ ਸਿੱਖੀ ਬਖਸ਼ੋ ਹਜੂਰ। ਮਹਾਰਾਜ ਜੀ ਕਹਿੰਦੇ ਹਨ, ਭਾਈ ਮਹੇਸ਼ਾ ਸੁਲਤਾਨਪੁਰ ਸਾਹਿਬ ਦਾ ਧਨਾੜ ਸਿੱਖ ਹੈ ਭਾਈ ਮਹੇਸ਼ਾ। ਉਸ ਸਮੇਂ ਹਜੂਰ ਕਹਿੰਦੇ ਹਨ ਸਿੱਖੀ ਬਹੁਤ ਮਹਿੰਗੀ ਹੈ। ਉਸ ਸਮੇਂ ਭਾਈ ਮਹੇਸ਼ਾ ਜੀ ਕਹਿੰਦੇ ਹਨ, ਮਹਾਰਾਜ ਜੀ ਕੋਈ ਗੱਲ ਨਹੀਂ, ਮੈਨੂੰ ਸਿੱਖੀ ਹੀ ਚਾਹੀਦੀ ਹੈ। ਹਜੂਰ ਨੇ ਫਰਮਾਇਆ ਸੀ ਸਭ ਕੁਝ ਉੱਜੜ ਜਾਵੇਗਾ। ਸਾਧ ਸੰਗਤ ਜੀ ਐਸਾ ਸਮਾਂ ਆਇਆ, ਭਾਈ ਮਹੇਸ਼ੇ ਪਾਜ ਕੁਝ ਵੀ ਨਾ ਰਿਹਾ। ਜਿਸ ਸਮੇਂ ਹਜੂਰ ਨੇ ਦੇਖਿਆ ਸੇਵਕ ਵਿੱਚ ਐਡਾ ਧੀਰਜ ਹੈ, ਹਜੂਰ ਨੇ ਕਿਰਪਾ ਕੀਤੀ, ਉਸ ਤੋਂ ਵੀ 10 ਗੁਣਾ ਜ਼ਿਆਦਾ ਧਨ ਫਿਰ ਭਾਈ ਮਹੇਸ਼ਾ ਜੀਆਂ ਪਾਸ ਆ ਗਿਆ। ਐਸੇ ਗੁਰਸਿੱਖ ਜਿਨ੍ਹਾਂ ਨੂੰ ਵਿਸ਼ੇ ਵਿਕਾਰ ਦੀ ਹਵਾ ਨਹੀਂ ਤੰਗ ਕਰਦੀ, ਉਹ ਫਿਰ ਸਾਧ ਸੰਗਤ ਜੀ ਹਜੂਰ ਦੇ ਪਾਸ ਪਹੁੰਚ ਜਾਂਦੇ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਕਿਰਪਾ ਕਰਦੇ ਹਨ, ਨਾ ਕੋ ਚਾਖੈ ਨਾ ਕੋ ਖਾਏ, ਲੋਕ ਪਤੀਣੇ ਨਾ ਪਤ ਹੋਏ। ਇਸੇ ਤਰ੍ਹਾਂ ਦੇਖ ਤੇਰਾ ਮਨ ਨਹੀਂ ਲੱਗਦਾ, ਤੂੰ ਵਾਹਿਗੁਰੂ ਦਾ ਨਾਮ ਕਦੇ ਚਖਿਆ ਹੀ ਨਹੀਂ, ਕਦੇ ਪੀਤਾ ਹੀ ਨਹੀਂ। ਕਿਉਂਕਿ ਸਾਧ ਸੰਗਤ ਜੀ ਜਿਨ੍ਹਾਂ ਨੇ ਪੀਤਾ ਹੁੰਦਾ ਹੈ
ਉਹਨਾਂ ਦੇ ਬਚਨ ਦੱਸਦੇ ਹਨ ਇੰਨੇ ਮਿੱਠੇ ਸ਼ਹਿਦ ਵਰਗੇ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਪੀਤਾ ਹੈ। ਦਰਸ਼ਨ ਕਰਦਿਆਂ ਹੀ ਐਸੇ ਸਾਧੂ ਮਹਾਤਮਾ ਦੇ ਠੰਡ ਪੈ ਜਾਂਦੀ ਹੈ। ਹਜੂਰ ਫਰਮਾਉਂਦੇ ਹਨ, ਦੇਖ ਤੂੰ ਕਦੇ ਸਵਾਦ ਹੀ ਨਹੀਂ ਦੇਖਿਆ ਜਿਨ੍ਹਾਂ ਨੂੰ ਚਾਅ ਲੱਗ ਜਾਂਦਾ ਹੈ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਕੀਰਤਨ। ਕਹਿੰਦੇ ਹਨ, ਮਹਾਰਾਜ ਜੀ ਘੰਟਾ ਕੁ ਕਿਉਂ ਕੀਰਤਨ ਹੁੰਦਾ ਹੈ, ਲੰਮਾ ਸਮਾਂ ਹੋਣਾ ਚਾਹੀਦਾ ਹੈ। ਉਹ ਮਹਾਰਾਜ ਜੀਆਂ ਦੀ ਗੁਰਬਾਣੀ ਦਾ ਕਥਾ ਕੀਰਤਨ ਸਾਧ ਸੰਗਤ ਜੀ ਸੁਣਦੇ ਨਹੀਂ, ਖਾਂਦੇ ਤੇ ਪੀਂਦੇ ਨੇ, ਤ੍ਰਿਪਤ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਹਨ, ਤੇਰਾ ਨਾਮ ਵਿੱਚ ਮਨ ਤਾਂ ਨਹੀਂ ਲੱਗਦਾ, ਲੋਕ ਪਤੀਣੇ ਨਾ ਪਤ ਹੋਏ। ਜੇ ਤੂੰ ਬਹਿ ਵੀ ਜਾਂਦਾ ਹੈ, ਇਹ ਦੇਖਦਾ ਹੈ ਮੈਨੂੰ ਕੋਈ ਦੇਖ ਰਿਹਾ ਵਾ ਸੇਵਾ ਕਰਦੇ ਹੋਏ, ਮੇਰੀ ਸਮਾਧੀ ਲੱਗੀ ਕੋਈ ਦੇਖ ਰਿਹਾ ਹੈ। ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰਦਾ ਹਾਂ। ਮਹਾਰਾਜ ਜੀ ਫਰਮਾਉਂਦੇ ਹਨ, ਜੇ ਲੋਕਾਂ ਨੂੰ ਪਤੀਣੇ ਭਾਵ ਤੂੰ ਬਾਹਰੀ ਭੇਖ ਕਰਕੇ ਲੋਕਾਂ ਨੂੰ ਤਾਂ ਖੁਸ਼ ਕਰ ਸਕਦਾ ਹੈ, ਪਰ ਮਹਾਰਾਜ ਜੀ ਨਹੀਂ ਰੀਝਦੇ ਇਹਦੇ ਤੇ। ਜਿਸ ਤਰ੍ਹਾਂ ਹਜੂਰ ਕਿਰਪਾ ਕਰਦੇ ਹਨ, ਮਾਇਆ ਕੋ ਸੰਗ ਤਿਆਗ। ਜਿਸ ਸਮੇਂ ਮਹਾਰਾਜ ਜੀ ਅੱਗੇ ਗੁਰਸਿੱਖ ਫਿਰ ਹਲੀਮੀ ਨਾਲ ਅਰਦਾਸ ਕਰਦੇ ਹਨ, ਮਹਾਰਾਜ ਜੀ ਸਾਡਾ ਮਨ ਕਿਉਂ ਨਹੀਂ ਲੱਗਦਾ? ਤੁਸੀਂ ਫਰਮਾਉਂਦੇ ਹੋ ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ, ਜੀਵਨ ਦਾ ਤਾਂ ਮਨੋਰਥ ਹੀ ਇਹ ਹੈ। ਮਹਾਰਾਜ ਜੀ ਸਾਡਾ ਮਨ ਕਿਉਂ ਨਹੀਂ ਲੱਗਦਾ? ਹਜੂਰ ਫਰਮਾਉਂਦੇ ਹਨ, ਮਾਇਆ ਕੋ ਸੰਗ ਤਿਆਗ। ਇਹ ਜੋ ਮਾਇਆ ਹੈ ਸਾਧ ਸੰਗਤ ਜੀ, ਮਾਇਆ ਕਈ ਪ੍ਰਕਾਰ ਦੀ ਹੈ। ਜਿਸ ਤਰ੍ਹਾਂ ਜੇ ਸਿੰਪਲ ਸ਼ਬਦਾਂ ਵਿੱਚ ਕਿਹਾ ਜਾਵੇ, ਜਿਹੜੀ ਵੀ ਚੀਜ਼ ਚਾਹੇ ਪੁੱਤਰ ਧੀ, ਘਰ ਦੇ ਧਨ ਦੌਲਤ, ਜਿਹੜੀ ਵੀ ਚੀਜ਼ ਸਾਨੂੰ ਮਹਾਰਾਜ ਜੀਆਂ ਤੋਂ ਦੂਰ ਕਰਦੀ ਹੈ ਉਸ ਨੂੰ ਮਾਇਆ ਕਿਹਾ ਜਾਂਦਾ ਹੈ। ਹਜੂਰ ਫਰਮਾਉਂਦੇ ਹਨ, ਮਾਇਆ ਕੋ ਸੰਗ ਤਿਆਗ। ਸਭ ਤੋਂ ਪਹਿਲਾਂ ਤਾਂ ਹੇ ਜੀਵ, ਇਸ ਮਾਇਆ ਦਾ ਤੂੰ ਸੰਗ ਭਾਵ ਉਸ ਦੀ ਸੰਗਤ ਕਰਨੀ ਛੱਡ ਦੇ। ਪ੍ਰਭ ਜੂ ਕੀ ਸਰਣ ਲਾਗ। ਇਹ ਪ੍ਰਭ ਜੂ ਸ਼ਬਦ ਸਾਧ ਸੰਗਤ ਜੀ ਉਧਰ ਪਟਨਾ ਸਾਹਿਬ ਵਾਲੀ ਦਿਸ਼ਾ ਵਿੱਚ ਬੋਲਿਆ ਜਾਂਦਾ ਹੈ। ਹਜੂਰ ਫਰਮਾਉਂਦੇ ਹਨ, ਮੇਰੇ ਕਾਲ ਪੁਰਖ ਵਾਹਿਗੁਰੂ ਪ੍ਰਭੂ ਜੀ ਦੀ ਸ਼ਰਨ ਵਿੱਚ ਤੂੰ ਆ ਜਾ। ਸਾਧ ਸੰਗਤ ਜੀ, ਜਦੋਂ ਹਜੂਰ ਦੀ ਸ਼ਰਨ ਵਿੱਚ ਆ ਜਾਈਏ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਇਹ ਮਾਇਆ ਦਾ ਫਿਰ ਸੁਭਾਅ ਬਦਲ ਜਾਂਦਾ ਹੈ, ਭਗਤਾਂ ਦੇ ਅੱਗੇ ਦਾਸੀ ਬਣ ਜਾਂਦੀ ਹੈ। ਸਾਧ ਸੰਗਤ ਜੀ, ਪ੍ਰਤੱਖ ਵੀ ਦੇਖਿਆ ਜਾਂਦਾ ਹੈ। ਸੰਸਾਰੀ ਦੌਲਤ ਕਹਿੰਦੇ ਹਨ ਭਗਤ ਜੀ, ਮਾਇਆ ਤਾਂ ਸਾਡੀ ਦਾਸੀ ਹੈ, ਬੋਝੇ ਵਿੱਚ ਹੱਥ ਪਾਉਂਦੇ ਹਨ। ਜਿੰਨੀ ਮਾਇਆ ਉਨੀ ਹੀ ਬੋਝੇ ਵਿੱਚ ਪਈ ਹੁੰਦੀ ਹੈ। ਰਿੱਧ ਬਸੈ ਬਾ ਵਾਂਗ, ਸਿੱਧ ਸਨਮੁਖ ਮੁਖ ਜੋਵੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਦਰਬਾਰ ਸਜਦਾ ਹੈ। ਮਹਾਰਾਜ ਜੀਆਂ ਨੇ ਲక్ష్ਮੀ ਸੱਜੇ ਪਾਸੇ ਖੜੀ ਰਹਿੰਦੀ ਹੈ, ਹਜੂਰ ਦੇ ਮੁਖ ਵੱਲ ਤੱਕਦੀ ਹੈ। ਨਰਾਦਰੀ ਕਰਕੇ ਹਜੂਰ ਨੇ ਸੱਜੇ ਪਾਸੇ ਖੜੀ ਕੀਤੀ ਹੈ। ਫਿਰ ਸਾਧ ਸੰਗਤ ਜੀ, ਜਿਹੜੀਆਂ ਰਿੱਧੀਆਂ ਹਨ ਇਹ ਹਜੂਰ ਦੇ ਖੱਬੇ ਪਾਸੇ ਖੜੀਆਂ ਰਹਿੰਦੀਆਂ ਹਨ। ਸਿੱਧੀਆਂ ਹੱਥ ਜੋੜ ਕੇ ਹਜੂਰ ਦੇ ਦਰਬਾਰ ਵਿੱਚ ਖੜੀਆਂ ਰਹਿੰਦੀਆਂ ਸੀ। ਕਹਿੰਦੀਆਂ ਸੀ, ਮਹਾਰਾਜ ਜੀ ਕਿਰਪਾ ਕਰਨ, ਅਸੀਂ ਕਿਹੜੇ ਗੁਰਸਿੱਖ ਵਿੱਚ ਜਾ ਕੇ ਪ੍ਰਵੇਸ਼ ਹੋਈਏ, ਸਾਡਾ ਵੀ ਭਲਾ ਹੋ ਜਾਵੇ। ਸਮਸਤ ਕਾਇਨਾਤ ਦੀਆਂ ਸ਼ਕਤੀਆਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਪਈਆਂ ਰਹਿੰਦੀਆਂ ਹਨ। ਸਾਧ ਸੰਗਤ ਜੀ, ਹਜੂਰ ਜਿਸ ਤਰ੍ਹਾਂ ਬਚਨ ਫਰਮਾਉਂਦੇ ਹਨ, ਪ੍ਰਭ ਜੂ ਕੀ ਸ਼ਰਨ ਲਾਗ। ਹਜੂਰ ਦੇ ਸਾਧ ਸੰਗਤ ਜੀ ਸ਼ਰਨ ਵਿੱਚ ਕਿਵੇਂ ਲੱਗਣਾ? ਮਹਾਰਾਜ ਜੀਆਂ ਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹਜੂਰ ਦਾ ਹੁਕਮ ਮੰਨਣਾ ਹੀ ਹਜੂਰ ਦੀ ਸ਼ਰਨ ਵਿੱਚ ਪੈਣਾ ਹੈ। ਗੁਰਸਿੱਖ ਸਾਧ ਸੰਗਤ ਜੀ ਹੱਥ ਜੋੜ ਕੇ ਮਹਾਰਾਜ ਜੀਆਂ ਅੱਗੇ ਅਰਦਾਸ ਕਰਕੇ ਬਲ ਮੰਗਦੇ ਹਨ। ਕਹਿੰਦੇ ਹਨ, ਹੇ ਮੇਰਿਆ ਮਣਾ, ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ। ਮਹਾਰਾਜ ਜੀਆਂ ਨੂੰ ਅੱਗੇ ਅਰਦਾਸ ਕਰਦੇ ਹਨ, ਮਹਾਰਾਜ ਜੀ ਗੁਰ ਬਿਨ ਘੋਰ ਅੰਧਾਰ, ਆਪ ਜੀਆਂ ਤੋਂ ਬਿਨਾਂ ਤਾਂ ਹਜੂਰ ਹਨੇਰਾ ਹੈ। ਜਿਸ ਤਰ੍ਹਾਂ ਸੇਵਕ ਗੁਰ ਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ ਰਾਮ। ਸਾਧ ਸੰਗਤ ਜੀ, ਦੁਨਿਆਵੀ ਤਾਂ ਫਿਰ ਕਈ ਫੁੱਲ ਚੜਾਉਂਦੇ ਨੇ, ਕਈ ਮਹਾਰਾਜ ਜੀਆਂ ਦੇ ਸਾਧ ਸੰਗਤ ਜੀ ਆ ਕੇ ਬੜੀ ਬੜੀ ਮਾਇਆ ਚੜਾਉਂਦੇ ਨੇ, ਤਰ੍ਹਾਂ ਤਰ੍ਹਾਂ ਦੇ ਪਦਾਰਥ ਚੜਾਉਂਦੇ ਨੇ।
ਹਜੂਰ ਦੇ ਸੇਵਕ ਆਖਦੇ ਹਨ, ਗੁਰਸਿੱਖ ਮਾਧੋ ਇਹੋ ਜਨਮ ਤੁਮਾਰੇ ਲੇਖੇ। ਹਜੂਰ ਆਪ ਜੀਆਂ ਦੇ ਲੇਖੇ ਵਿੱਚ ਸਾਡਾ ਜਨਮ ਹੀ ਹੈ, ਕਿਉਂਕਿ ਉਹਨਾਂ ਨੇ ਮਨ ਤਨ ਅਰਪ ਚੜਾਇਆ। ਜਦੋਂ ਹਜੂਰ ਨੂੰ ਮਨ ਹੀ ਅਰਪ ਦਈਏ ਫਿਰ ਸਾਧ ਸੰਗਤ ਜੀ ਹਉਮੈ ਨਹੀਂ ਰਹਿੰਦੀ। ਮਹਾਰਾਜ ਜੀ ਮਨ ਵਿੱਚ ਨਾਮ ਦਾ ਵਾਸ ਕਰਾ ਦਿੰਦੇ ਹਨ। ਫਿਰ ਤਨ ਸਾਧ ਸੰਗਤ ਜੀ ਤਨ ਵੀ ਹਜੂਰ ਨੂੰ ਭੇਟਾ ਕਰ ਦਿੰਦੇ ਹਨ। ਜਿਸ ਸਮੇਂ ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹੋਣਗੇ ਚਮਕੌਰ ਦੀ ਗੜੀ ਦੇ ਵਿੱਚੋਂ ਕੱਲਾ ਕੱਲਾ ਸਿੰਘ, ਜਿਸ ਤਰ੍ਹਾਂ ਸਾਧ ਸੰਗਤ ਜੀ ਪਤੰਗਾ ਦੀਵੇ ਤੇ ਜਾ ਕੇ ਆਪਣੀ ਅਹੂਤੀ ਦੇ ਦਿੰਦਾ ਹੈ। ਹਜੂਰ ਦੇ ਗੁਰਸਿੱਖ ਪਤਾ ਹਨ ਵਾਪਸ ਮੁੜ ਕੇ ਨਹੀਂ ਆਉਣਾ, ਪਰ ਪਤਾ ਹੈ ਉਹਨਾਂ ਨੂੰ ਮਾਧੋ ਇਹੋ ਜਨਮ ਤੁਮਾਰੇ ਲੇਖੇ। ਮਹਾਰਾਜੀਆਂ ਦੇ ਲੇਖੇ ਜਨਮ ਹੀ ਲਾ ਦਿੱਤਾ ਉਹਨਾਂ ਨੇ। ਸਾਧ ਸੰਗਤ ਜੀ ਕੋਈ ਲਾਲਚ ਨਹੀਂ ਸੀ। ਜਿਸ ਤਰ੍ਹਾਂ ਮਨ ਤਨ ਅਰਪਿਆ ਬਹੁਤ ਮਨ ਸਰਦਿਆ, ਕਿਉਂਕਿ ਮਨ ਵਿੱਚ ਸ਼ਰਧਾ ਹੀ ਐਸੀ ਪੈਦਾ ਹੋਈ। ਮਹਾਰਾਜ ਜੀਆਂ ਨੂੰ ਕਹਿੰਦੇ ਹਨ, ਮਹਾਰਾਜ ਜੀ ਮਨ ਤਨ ਆਪ ਨੂੰ ਅਰਪ ਦਿੱਤਾ ਹੈ, ਕੋਈ ਲਾਲਚ ਨਹੀਂ। ਮਨ ਵਿੱਚ ਸ਼ਰਧਾ ਹੀ ਐਸੀ ਸੀ। ਜਿਸ ਤਰ੍ਹਾਂ ਭਾਈ ਮਤੀ ਦਾਸ ਜੀਆਂ ਦੇ ਸੀਸ ਤੇ ਆਰਾ ਚੱਲਦਾ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸਾਹਮਣੇ ਖਲੋਤੇ ਹਨ। ਭਾਈ ਮਤੀ ਦਾਸ ਜੀ ਕਹਿੰਦੇ ਹਨ, ਹਜੂਰ ਮੋਹੇ ਆਰਾ ਪਿਆਰਾ ਲਗਤ ਹੈ। ਹਜੂਰ ਮੈਨੂੰ ਤਾਂ ਆਰਾ ਬੜਾ ਪਿਆਰਾ ਲੱਗਦਾ ਜੇ। ਮੁਖ ਤੋਂ ਉਚਾਰਨ ਕਰਦੇ ਹਨ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਐਸੇ ਜਪਜੀ ਸਾਹਿਬ ਦੇ ਅਭਿਆਸੀ ਹਨ ਭਾਈ ਮਤੀ ਦਾਸ ਜੀ। ਉਧਰ ਸਾਧ ਸੰਗਤ ਜੀ ਭਾਈ ਦਿਆਲਾ ਜੀ ਸੁਖਮਣੀ ਸਾਹਿਬ ਦੇ ਅਭਿਆਸੀ ਹਨ। ਦੇਗੇ ਵਿੱਚ ਆਲੂ ਵਾਂਗੂ ਤਲੇ ਜਾ ਰਹੇ ਹਨ। ਮੁਖ ਤੋਂ ਫਰਮਾਉਂਦੇ ਹਨ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਥੇ ਵੀ ਭਾਈ ਦਿਆਲਾ ਜੀ ਸੁਖ ਪਾ ਰਹੇ ਹਨ। ਇਧਰ ਭਾਈ ਮਣੀ ਸਿੰਘ ਜੀਆਂ ਦੇ ਬੰਦ ਬੰਦ ਕੱਟੇ ਜਾ ਰਹੇ ਹਨ। ਮੁਖ ਤੋਂ ਫਰਮਾਉਂਦੇ ਹਨ, ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੈ ਤਾਂ ਪੀ ਸਸਤਾ ਜਾਣ। ਇਧਰ ਭਾਈ ਸ਼ਬੇਗ ਸਿੰਘ ਜੀ ਤੇ ਸ਼ਾਹਬਾਜ਼ ਸਿੰਘ ਜੀ ਕੀ ਕਹਿੰਦੇ ਹਨ, ਜਦੋਂ ਕਿਹਾ ਭਾਈ ਸ਼ਬੇਗ ਸਿੰਘ ਨੂੰ, ਤੇਰਾ ਪੁੱਤਰ ਛੋਟਾ ਹੈ, ਦੇਖ ਕੁੱਲਾ ਸੰਸਾਰ ਦੇ ਵਿੱਚ ਤੇਰੀ ਕੁੱਲ ਰਹਿ ਆਵੇਗੀ, ਕੱਲਾ ਕੱਲਾ ਤੇਰਾ ਪੁੱਤਰ ਹੈ, ਐਵੇਂ ਸ਼ਹੀਦ ਕਰਾਵੇਂਗਾ। ਉਸ ਸਮੇਂ ਭਾਈ ਜਿਸ ਤਰ੍ਹਾਂ ਸਾਧ ਸੰਗਤ ਜੀ ਸ਼ਬੇਗ ਸਿੰਘ ਜੀ ਕਹਿੰਦੇ ਹਨ, ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਸਾਡੇ ਕਰਕੇ ਤਾਂ ਹਜੂਰ ਨੇ ਇੱਕ ਵੀ ਪੁੱਤਰ ਨਾ ਸੀ ਲਕੋਇਆ ਪਿੱਛੇ। ਮਹਾਰਾਜ ਜੀਆਂ ਨੇ ਸਾਡੇ ਕਾਰਨ ਆਪਣੀ ਕੁੱਲ ਨਾ ਸੀ ਰੱਖੀ। ਅਸੀਂ ਕੁੱਲ ਰੱਖ ਕੇ ਕਿੱਡੀ ਕੁ ਵਡਿਆਈ ਖੱਟ ਲਵਾਂਗੇ। ਸਾਡੇ ਵੱਲ ਹੱਥ ਕਰਕੇ ਮਹਾਰਾਜ ਜੀਆਂ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਹਾ ਭਇਆ ਜੀਵਤ ਕਈ ਹਜ਼ਾਰ। ਹਜੂਰ ਨੇ ਸਾਧ ਸੰਗਤ ਜੀ ਖਾਲਸੇ ਵੱਲ ਹੱਥ ਕਰਕੇ ਐਸੇ ਬਚਨ ਕਹੇ ਸੀ। ਮਹਾਰਾਜ ਜੀ ਕਹਿੰਦੇ ਹਨ, ਪ੍ਰਭ ਜੂ ਕੀ ਸ਼ਰਨ ਲਾਗ। ਫਿਰ ਕਿਉਂ ਨਾ ਐਸੇ ਸਤਿਗੁਰਾਂ ਦੀ ਸ਼ਰਨ ਵਿੱਚ ਮਣਾ ਮਨ ਬਾਣੀ ਸਰੀਰ ਕਰਕੇ ਜਿਸ ਤਰ੍ਹਾਂ ਚੜ ਜਾਈਏ। ਸਾਧ ਸੰਗਤ ਜੀ ਜਿਹੜੇ ਸ਼ਰਨ ਵਿੱਚ ਆ ਜਾਂਦੇ ਹਨ, ਐਸੇ ਮਹਾਨ ਗੁਰਸਿੱਖ ਹੋਏ ਹਨ, ਐਸੀ ਨਿਮਰਤਾ ਆ ਜਾਂਦੀ ਹੈ। ਧੰਨ ਭਾਈ ਗੁਰਦਾਸ ਜੀ ਸਾਧ ਸੰਗਤ ਜੀ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸੰਗਤ ਕੀਤੀ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਸੰਗਤ ਕੀਤੀ ਹੈ, ਜਿਨ੍ਹਾਂ ਦੀ ਬਾਣੀ ਨੂੰ ਹਜੂਰ ਨੇ ਕਿਹਾ ਸੀ, ਭਾਈ ਗੁਰਦਾਸ ਜੀ ਤੁਹਾਡੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਕੁੰਜੀ ਹੈ। ਜਿਸ ਤਰ੍ਹਾਂ ਗੁੱਜੇ ਭੇਦ ਤੁਹਾਡੀ ਬਾਣੀ ਖੋਲਿਆ ਕਰੇਗੀ, ਐਸੇ ਧੰਨ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਪਏ ਹੋਏ ਕੀ ਆਖਦੇ ਹਨ, ਮਹਾਰਾਜ ਜੀ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ। ਹਜੂਰ ਮੈਂ ਤਾਂ ਅਪਰਾਧੀ ਹਾਂ, ਗੁਨਹਗਾਰ ਹਾਂ। ਮਹਾਰਾਜ ਜੀ ਆਪ ਜੀਆਂ ਤੋਂ ਮੁਖ ਫੇਰਿਆ ਹੋਇਆ ਹੈ ਤੇ ਹਜੂਰ ਇੰਨਾ ਮੰਦਾ ਸੁਭਾਅ ਹੈ, ਕੀ ਦੱਸਾਂ ਮਹਾਰਾਜ ਜੀ। ਜੇ ਮੈਂ ਦੱਸ ਦਵਾਂ ਮੈਨੂੰ ਕੋਈ ਲਾਗੇ ਹੀ ਨਾ ਬਿਠਾਵੇ। ਚੋਰ ਯਾਰ ਜੁਆਰ ਹਾਂ ਪਰ ਘਰ ਜੋ ਹੰਦਾ। ਹਜੂਰੇ ਸਾਰੇ ਔਗਣ ਮੇਰੇ ਵਿੱਚ ਹਨ, ਫਿਰ ਮੈਂ ਪਰਾਇਆਂ ਦੇ ਘਰਾਂ ਵੱਲ ਤੱਕਦਾ ਹਾਂ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ,
ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ। ਇਹ ਸਾਧ ਸੰਗਤ ਜੀ 20 ਔਗਣ ਗਿਣਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ, ਮਹਾਰਾਜ ਜੀ ਮੈਂ ਤਾਂ ਵਿਸ਼ਵਾਸ ਘਾਤੀ ਹਾਂ। ਜੇ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ ਹਜੂਰ ਮੈਂ ਉਸ ਦੇ ਵਿਸ਼ਵਾਸ ਦਾ ਘਾਤ ਕਰ ਦਿੰਦਾ ਹਾਂ। ਅਕਿਰਤ ਕਣ ਹਾਂ ਮਹਾਰਾਜ ਜੀ। ਚਾਹੀਦਾ ਤਾਂ ਸੀ ਆਪ ਜੀਆਂ ਦੇ ਦਿੱਤੇ ਹੋਏ ਸਵਾਸਾਂ ਨਾਲ ਨਾਮ ਜਪਣਾ, ਪਰ ਹਜੂਰ ਅਕਿਰਤ ਕਣ ਹਾਂ ਆਪ ਜੀਆਂ ਦਾ। ਮਹਾਰਾਜ ਜੀ ਮੈਂ ਨਾਮ ਨਹੀਂ ਜਪਦਾ ਜੇ, ਮੈਂ ਸੰਗਤ ਤਾਂ ਚਾਹੀਦੀ ਸੀ ਤੁਹਾਡੀ ਕਰਨੀ, ਪਰ ਤਾਂ ਮੈਂ ਮਹਾਰਾਜ ਜੀ ਵਿਕਾਰਾਂ ਦੀ ਸੰਗਤ ਕਰਦਾ ਹਾਂ। ਮੋਹ ਕੋ ਨਾ ਰਖੰਦਾ। ਮਹਾਰਾਜ ਜੀ ਮੇਰੇ ਵਰਗੇ ਨੂੰ ਕੋਈ ਨਹੀਂ ਜੇ ਰੱਖ ਸਕਦਾ, ਹਜੂਰ ਆਪ ਕਿਰਪਾ ਕਰੋ। ਮੇਰੇ ਵਰਗੇ ਨੂੰ ਵੀ ਹਜੂਰ ਕੋਈ ਰੱਖ ਸਕਦਾ ਹੈ। ਅਖੀਰਲੀਆਂ ਪੰਕਤੀਆਂ ਵਿੱਚ ਕਹਿੰਦੇ ਹਨ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਹਜੂਰ ਦੀ ਸ਼ਰਨ ਵਿੱਚ ਪੈ ਜਾ, ਪ੍ਰਭ ਜੂ ਕੀ ਸ਼ਰਨ ਲਾਗ। ਹਜੂਰ ਸਾਧ ਸੰਗਤ ਜੀ ਦੀਨ ਦਇਆਲ ਹਨ। ਦਇਆ ਦਾ ਮਹਾਰਾਜ ਜੀ ਘਰ ਹਨ। ਦਇਆ ਕਰਨ ਦੀ ਤਾਂ ਹਜੂਰ ਨੂੰ ਆਦਤ ਹੈ। ਇਸੇ ਤਰ੍ਹਾਂ ਜੋ ਨਿਮਰਤਾ ਦੇ ਸਹਿਤ ਝੁਕ ਜਾਂਦਾ ਹੈ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਆ ਕੇ ਹੱਥ ਜੋੜ ਕੇ ਕਹਿੰਦਾ ਹੈ, ਮਹਾਰਾਜ ਜੀ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਜਿਸ ਤਰ੍ਹਾਂ ਸਾਧ ਸੰਗਤ ਜੀ ਫਲਾਂ ਵਾਲਾ ਰੁੱਖ ਝੁਕ ਜਾਇਆ ਕਰਦਾ ਹੈ, ਜਿਹੜੇ ਗੁਰਸਿੱਖ ਝੁਕ ਜਾਂਦੇ ਹਨ ਫਿਰ ਮਹਾਰਾਜ ਜੀ ਆਪਣੇ ਕੰਠ ਲਾ ਲੈਂਦੇ ਹਨ। ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਸਾਧ ਸੰਗਤ ਜੀ 10 ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਕਵੀ ਭਾਈ ਸੰਤੋਖ ਸਿੰਘ ਜੀਆਂ ਨੂੰ ਕਹਿੰਦੇ ਹਨ, ਮਹਾਰਾਜ ਜੀ ਤੋਸੋ ਨਹੀਂ ਦਾਤਾ ਕੋ, ਮੋਸੋ ਨਾ ਭਖਾਰੀ ਦੀਨ। ਤੋਸੋ ਨਾ ਦਿਆਲ ਦੁਖੀ, ਮੋਸੋ ਨਾ ਅਲਾਈਐ। ਮੋਸੋ ਨਾ ਕ੍ਰਿਤ ਘਣ, ਤੋਸੋ ਉਪਕਾਰੀ ਨਾਹੀ। ਮੋਸੋ ਨਾ ਅਨਾਥ, ਨਾਥ ਤੋਸੋ ਨਾ ਬਤਾਈਐ। ਔਗਣੀ ਨਾ ਮੋਸੋ ਕੋਈ, ਗੁਣਵਾਨ ਤੋਸੋ ਨਹੀਂ। ਜਪ ਤਪ ਬ੍ਰਤ ਮੋਹ ਮੈਂ ਏਕ ਨਹਿ ਪਾਈਐ। ਜਿਨ੍ਹਾਂ ਦੇ ਇੰਨੇ ਜਪ ਤਪ ਹਨ, ਕਹਿੰਦੇ ਹਨ ਮਹਾਰਾਜ ਜੀ ਇੰਨੇ ਪਾਠ ਕਰਦਿਆਂ ਹੋਇਆਂ ਵੀ ਗੁਰਸਿੱਖ ਕਹਿੰਦੇ ਹਨ, ਮਹਾਰਾਜ ਜੀ ਇੱਕ ਵੀ ਗੁਣ ਨਹੀਂ ਸਾਡੇ ਵਿੱਚ ਪਾਇਆ ਜਾਂਦਾ। ਕਾਵੇ ਆਇਓ ਹੈ ਸ਼ਰਨ, ਗਹੇ ਧਾਏ ਕੇ ਚਰਨ। ਗੁਰ ਤਾਰਨ ਤਰਨ ਨਿਜ ਹਾਥ ਦਾ ਬਚਾਈਐ। ਮਹਾਰਾਜ ਜੀ ਆਪ ਜੀਆਂ ਦੀ ਸ਼ਰਨ ਵਿੱਚ ਆਏ ਹਾਂ। ਆਪ ਜੀ ਤਾਰਨ, ਇਸ ਕਲਯੁਗ ਦੇ ਵਿੱਚ ਤਰਨ ਦੀ ਨਿਹਾਈ, ਜਹਾਜ਼ ਦੀ ਨਿਹਾਈ ਹੋ। ਮਹਾਰਾਜ ਜੀ ਆਪਣਾ ਨਿੱਜੀ ਹੱਥ ਦੇ ਕੇ ਹਜੂਰ ਸਾਡੀ ਰੱਖਿਆ ਕਰੋ। ਪ੍ਰਭ ਜੂ ਕੀ ਸ਼ਰਨ ਲਾਗ। ਸਾਧ ਸੰਗਤ ਜੀ ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਆਪਣੇ ਮੁਖਾਰ ਬਿੰਦ ਤੋਂ ਕੀ ਕਹਿੰਦੇ ਹਨ, ਗੁਰੂ ਬਚਨ ਪਾਲਿਓ ਨਹੀਂ। ਜਿਨ੍ਹਾਂ ਦਾ ਜੀਵਨ ਪੜ੍ਹੀਏ ਸਾਧ ਸੰਗਤ ਜੀ ਥੋੜਾ ਜਿਹਾ ਸਮਾਂ ਵੀ ਜਿਨ੍ਹਾਂ ਨੂੰ ਭਾਵ ਬਾਣੀ ਤੋਂ ਸਿਵਾ ਵੇਲ ਨਹੀਂ ਸੀ, ਕਹਿੰਦੇ ਹਨ ਹਜੂਰ ਆਪ ਜੀਆਂ ਦੇ ਬਚਨ ਨਹੀਂ ਪਾਲ ਸਕੇ। ਸਿੰਘ ਮਨ ਕੋ ਨਹੀਂ ਮਾਰ। ਜਿਨ੍ਹਾਂ ਨੇ ਸਾਧ ਸੰਗਤ ਜੀ ਲਗਭਗ 40 ਸਾਲ ਜੈਸੀ ਮਰਜ਼ੀ ਸਰੀਰ ਦੀ ਹਾਲਤ ਸੀ, ਹਜੂਰ ਦੀ ਲੜੀਵਾਰ ਗੁਰਬਾਣੀ ਦੀ ਕਥਾ ਕੀਤੀ ਹੈ। ਬੁਖਾਰ ਹੁੰਦਾ ਸੀ, ਡਾਕਟਰ ਕਹਿੰਦਾ ਹੈ ਆਪ ਜੀ ਕਥਾ ਨਹੀਂ ਕਰ ਸਕਦੇ, ਉਸੇ ਸਮੇਂ ਉੱਠ ਕੇ ਜਾਂਦੇ ਹਨ। ਕਹਿੰਦੇ ਹਨ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਐਸੇ ਸਾਧੂ ਮਹਾਤਮਾ ਦੇ ਜੀਵਨ ਹਨ। ਕਹਿੰਦੇ ਹਨ ਮਹਾਰਾਜ ਜੀ ਗੁਰੂ ਬਚਨ ਪਾਲਿਓ ਨਹੀਂ। ਹਜੂਰ ਆਪ ਜੀਆਂ ਦੇ ਬਚਨ ਨਹੀਂ ਪਾਲ ਸਕੇ। ਸਿੰਘ ਮਨ ਕੋ ਨਹੀਂ ਮਾਰ। ਗੁਰਬਚਨ ਸਿੰਘ ਕੀ ਬੇਨਤੀ ਲਾਜ ਤੋਹੇ ਨਿਰੰਕਾਰ। ਮਹਾਰਾਜ ਜੀ ਮੇਰੇ ਨਿਮਾਣੇ ਭਾਈ ਗੁਰਬਚਨ ਸਿੰਘ ਜੀਆਂ ਦੀ ਬੇਨਤੀ ਹੈ, ਕਿਉਂਕਿ ਮਹਾਰਾਜ ਜੀ ਤੁਹਾਨੂੰ ਆਪਣੇ ਸਿੱਖ ਦੀ ਲਾਜ ਹੁੰਦੀ ਹੈ। ਸਾਡੇ ਬਾਣੇ ਦੇਖ ਕੇ, ਸਾਡੇ ਸਰੂਪ ਦੇਖ ਕੇ ਸੰਸਾਰ ਕਹਿੰਦੇ ਹਨ ਬੜੇ ਪਿਆਰੇ ਗੁਰਮੁਖ ਨੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਸਿੱਖ ਹਨ। ਪਰ ਹਜੂਰ ਮੈਂ ਮਨ ਬਾਣੀ ਸਰੀਰ ਕਰਕੇ ਆਪ ਜੀਆਂ ਦਾ ਹਜੇ ਸਿੱਖ ਨਹੀਂ ਬਣਿਆ। ਮਹਾਰਾਜ ਜੀ ਬਾਣੇ ਵਿੱਚ ਵੀ ਢਿੱਲ ਕਰਦਾ ਹਾਂ, ਬਾਣਾ ਦੇਖ ਕੇ ਤਾਂ ਮਹਾਰਾਜ ਜੀ ਮੈਨੂੰ ਸ਼ਰਮ ਆ ਜਾਂਦੀ ਹੈ। ਫਿਰ ਮਹਾਰਾਜ ਜੀ ਗੁਰਬਾਣੀ ਹਜੂਰ ਹਜੇ ਤਿੱਕਰ ਸੁਧ ਸੰਥਿਆ ਹੀ ਨਹੀਂ ਲਿੱਤੀ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਬਚਨ ਪਾਲਿਓ ਨਹੀਂ। ਸਿੰਘ ਮਨ ਕੋ ਨਹੀਂ ਮਾਰ। ਗੁਰਬਚਨ ਸਿੰਘ ਕੀ ਬੇਨਤੀ ਲਾਜ ਤੋਹੇ ਨਿਰੰਕਾਰ। ਲਾਜ ਰੱਖੋ ਨਿਜ ਨਾਮੇ ਕੀ। ਮਹਾਰਾਜ ਜੀ ਆਪਣੇ ਨਾਮ ਦੀ ਤੁਸੀਂ ਆਪ ਹੀ ਲਾਜ ਰੱਖੋ। ਸਿੱਖ ਜਗ ਮੇ ਮੈਂ ਤੁਮਰੋ ਕਹਿਲਾਵਤ। ਇਹ ਜਗ ਮੈਨੂੰ ਦੇਖ ਕੇ ਕਹਿੰਦਾ ਹੈ ਬਾਜਾਂ ਵਾਲੇ ਪਿਤਾ ਜੀਆਂ ਦਾ ਸਿੱਖ ਹੈ। ਲਾਜ ਰੱਖੋ ਨਿਜ ਨਾਮੇ ਕੀ। ਸਿੱਖ ਜਗ ਮੇ ਮੈਂ ਤੁਮਰੋ ਕਹਿਲਾਵਤ।
ਤੁਮ ਬਖਸ਼ੰਦ ਸਦਾ ਸੁਖਦਾਇਕ, ਮੋਹੇ ਮਨ ਨਾਹੇ ਬਿਖੈ ਛੁਟਕਾਵਤ। ਹਜੂਰ ਮੇਰੇ ਮਨ ਤੋਂ ਵਿਸ਼ੇ ਨਹੀਂ ਜੇ ਛੁੱਟਦੇ। ਐਸੇ ਪ੍ਰੇਮ ਵਾਲੇ ਗੁਰਸਿੱਖ ਸਾਧ ਸੰਗਤ ਜੀ ਜਿਹੜੇ ਸ਼ਰਨ ਵਿੱਚ ਆ ਜਾਂਦੇ ਹਨ, ਐਸੇ ਗੁਣਾਂ ਦੇ ਭਰਪੂਰ ਹੋ ਜਾਂਦੇ ਹਨ। ਜਿਸ ਤਰ੍ਹਾਂ ਫਲ ਦਾ ਰੁੱਖ ਝੁਕ ਜਾਂਦਾ ਹੈ, ਹਜੂਰ ਫਰਮਾਉਂਦੇ ਹਨ, ਐਸੇ ਮੇਰੇ ਪ੍ਰਭ ਜੂ ਕੀ ਸ਼ਰਨ ਲਾਗ। ਅਕਾਲ ਪੁਰਖ ਵਾਹਿਗੁਰੂ ਦੀ ਮਣਾ, ਤੂੰ ਵੀ ਮਨ ਬਾਣੀ ਸਰੀਰ ਕਰਕੇ ਸ਼ਰਨ ਵਿੱਚ ਪੈ ਜਾ। ਜਗਤ ਸੁਖ ਮਾਨ ਮਿਥਿਆ, ਫਿਰ ਜੋ ਸਾਰੇ ਸੰਸਾਰ ਦੇ ਸੁੱਖ ਹਨ, ਹਜੂਰ ਫਰਮਾਉਂਦੇ ਹਨ, ਇਹਨਾਂ ਨੂੰ ਮਿਥਿਆ ਜਾਣ, ਭਾਵੇਂ ਨਾਸ਼ਵੰਤ ਹਨ। ਮਿਥਿਆ ਉਹ ਚੀਜ਼ ਹੁੰਦੀ ਹੈ ਜਿਸ ਤਰ੍ਹਾਂ ਸਾਧ ਸੰਗਤ ਜੀ ਜੋ ਦਿਸਣ ਮਾਤਰ ਸੇ ਦਿਸੇ ਪਰ ਉੱਥੇ ਹੋਵੇ ਨਾ। ਜਿਸ ਤਰ੍ਹਾਂ ਮਾਰੂ ਥਲ ਵਿੱਚ ਦੂਰ ਗਰਮੀਆਂ ਕਰਕੇ ਪਾਣੀ ਪ੍ਰਤੀਤ ਹੁੰਦਾ ਹੈ, ਪਰ ਉੱਥੇ ਜਾ ਕੇ ਦੇਖੀਏ ਪਾਣੀ ਨਹੀਂ ਹੁੰਦਾ। ਹਜੂਰ ਕਹਿੰਦੇ ਹਨ, ਸਭ ਦੁਨੀਆ ਦੇ ਪਦਾਰਥਾਂ ਨੂੰ ਗੁਰਸਿੱਖਾ ਮਿਥਿਆ ਜਾਣ। ਝੂਠੋ ਸਭ ਸਾਜ ਹੈ, ਇਹ ਸਭ ਸਾਜੋ ਸਮਾਨ ਜਿਨ੍ਹਾਂ ਤੇ ਤੂੰ ਮਾਣ ਕਰਦਾ ਹੈ, ਹਜੂਰ ਕਹਿੰਦੇ ਹਨ ਮਿਥਿਆ ਪਦਾਰਥਾਂ ਦੀ ਨਿਆਈ ਤੈਨੂੰ ਜੇ ਮਿਲੇ ਹਨ, ਤੇਰੇ ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲਨੇ ਹਨ, ਹਜੂਰ ਕਹਿੰਦੇ ਹਨ ਅੰਤ ਕੋ ਅੰਤ ਕੇ ਧਾਮ ਸੁਧਾਰੇਗਾ। ਜਦੋਂ ਚੇਤ ਰੇ ਚੇਤ ਅਚੇਤ ਮਹਾਪਸ, ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਤੂੰ ਦੇਖੇਗਾ ਮੇਰੇ ਨਾਲ ਤਾਂ ਕੋਈ ਵੀ ਨਹੀਂ ਚੱਲ ਰਿਹਾ। ਜਿਨ੍ਹਾਂ ਪਦਾਰਥਾਂ ਦੀ ਖਾਤਰ ਮੈਂ ਆਪਣਾ ਜੀਵਨ ਬਤੀਤ ਕਰ ਦਿੱਤਾ ਸੀ, ਫਿਰ ਮਨ ਦੇ ਵਿੱਚ ਝੋਰਾ ਲੱਗਦਾ ਹੈ। ਐਸਾ ਸਾਧ ਸੰਗਤ ਜੀ ਮਨ ਵਿੱਚ ਝੋਰਾ ਲੱਗਦਾ ਹੈ, ਉਸ ਬਾਬਤ ਕਿਹਾ ਨਹੀਂ ਜਾ ਸਕਦਾ। ਬੰਦਾ ਸੋਚਦਾ ਹੈ ਜਿਹੜੀ ਚੀਜ਼ ਪਿੱਛੇ ਮੈਂ ਸਾਰੀ ਉਮਰ ਭੱਜਦਾ ਰਿਹਾ ਉਹ ਵੀ ਨਹੀਂ ਮੇਰੇ ਨਾਲ ਗਈ। ਮਾਇਆ ਨੂੰ ਪੁੱਛਿਆ, ਮਾਇਆ ਮੇਰਾ ਸਾਥ ਦੇ। ਮਾਇਆ ਵੀ ਕਹਿੰਦੀ ਹੈ, ਪਾਪੀਆ ਜੇ ਦਾਨ ਪੁੰਨ ਕੀਤੇ ਹੁੰਦੇ ਤੇਰਾ ਸਾਥ ਦਿੰਦੀ, ਪਰ ਤੂੰ ਮੈਨੂੰ ਵੀ ਨਰਕਾਂ ਵਿੱਚ ਭੇਜ ਰਿਹਾ ਹੈ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਸਾਧ ਸੰਗਤ ਜੀ ਰਹਾਉ ਤਿਕਰ ਸ਼ਬਦ ਦੀ। ਜਿਸ ਤਰ੍ਹਾਂ ਆਪ ਜੀਆਂ ਨੇ ਬੜੇ ਪ੍ਰੇਮ ਸ਼ਰਧਾ ਨਾਲ ਕਥਾ ਸਰਵਣ ਕੀਤੀ ਹੈ, ਅੱਗੇ ਮਹਾਰਾਜ ਜੀ ਜਿਸ ਤਰ੍ਹਾਂ ਫਰਮਾਉਣਗੇ, ਹਰ ਰੋਜ਼ ਹਜੂਰ ਉਪਦੇਸ਼ ਦਿੰਦੇ ਹਨ, ਸੰਸਾਰ ਮਿਥਿਆ ਹੈ, ਪਦਾਰਥ ਝੂਠੇ ਹਨ, ਰਾਮ ਦਾ ਨਾਮ ਸੱਤ ਹੈ। ਜਦੋਂ ਗੁਰਸਿੱਖ ਪੁੱਛਦੇ ਹਨ, ਮਹਾਰਾਜ ਜੀ ਤੁਸੀਂ ਵਾਰ-ਵਾਰ ਕਹਿੰਦੇ ਹੋ ਇਹ ਚੀਜ਼ਾਂ, ਮਹਾਰਾਜ ਜੀ ਫਰਮਾਉਂਦੇ ਹਨ, ਕਹੋ ਕਹਾਂ ਬਾਰ-ਬਾਰ ਸਮਝਤ ਨਹਿ ਕਿਉਂ ਗਵਾਰ। ਮਹਾਰਾਜ ਜੀ ਕਹਿੰਦੇ ਹਨ, ਤੈਨੂੰ ਵਾਰ-ਵਾਰ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਤੂੰ ਗਵਾਰਾ ਸਮਝਦਾ ਹੀ ਨਹੀਂ। ਇਹ ਗੱਲ ਤੇਰੇ ਸਮਝ ਵਿੱਚ ਹੀ ਨਹੀਂ ਪੈਂਦੀ। ਤੈਨੂੰ ਵਾਰ-ਵਾਰ ਇੰਨੀਆਂ ਉਦਾਹਰਨਾਂ ਦੇ ਕੇ ਦੱਸੀ ਦੀਆਂ ਹਨ। ਪ੍ਰੇਮ ਕਰਦੇ ਹਨ ਮਹਾਰਾਜ ਜੀ, ਇਸੇ ਕਰਕੇ ਨਿਸ਼ਚੇ ਵਾਚਕ ਕਹਿੰਦੇ ਹਨ, ਰਾਮ ਸਿਮਰ ਰਾਮ ਸਿਮਰ। 2 ਵਾਰੀ ਮਹਾਰਾਜ ਜੀ ਕਹਿੰਦੇ ਹਨ, ਇਸ ਜੀਵ ਨੂੰ ਹਿਲਾਉਂਦੇ ਹਨ ਜਿਸ ਤਰ੍ਹਾਂ ਇਸ ਸੁਪਨੇ ਤੋਂ ਜਾਗ। ਹਜੂਰ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮਹਾਰਾਜ ਜੀ ਕਿਰਪਾ ਕਰਨ, ਨਾਮ ਦਾ ਰੰਗ ਸਾਧ ਦਾ ਸੰਗ ਨਿਸ਼ਚਾ ਭੰਗ ਬਖਸ਼ਣ। ਮਹਾਰਾਜ ਜੀ ਗੁਰਸਿੱਖੀ ਦੀਆਂ ਦਾਤਾਂ ਸਾਡੀ ਝੋਲੀ ਵਿੱਚ ਗਰੀਬਾਂ ਦੀਆਂ ਪਾਉਣ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ, ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ ਜੀ। 2 ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਕਰਨਵੀਰ ਸਿੰਘ ਜੀ ਆਪ ਸੰਗਤਾਂ ਨੂੰ 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ